नमस्कार, आदाब, सत श्री अकाल। हमदर्द टीवी देखने वाले ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਪ੍ਰੋਗਰਾਮ ਹੈਲਥ ਟਾਕ ਵਿੱਚ। ਮੈਂ ਹਾਂ ਤਰਨਜੀਤ ਕੌਰ ਘੁੰਮਣ। ਹਾਜ਼ਰ ਹਾਂ ਜੀ ਲੈ ਕੇ ਤੁਹਾਡਾ ਆਪਣਾ ਪ੍ਰੋਗਰਾਮ। ਗੱਲਬਾਤ ਕਰਾਂਗੇ ਸਿਹਤ ਸੰਬੰਧੀ। ਕੋਰੋਨਾ ਵਾਇਰਸ ਤੋਂ ਲੈ ਕੇ ਸਰੀਰ ਦੀ ਕਿਸੇ ਵੀ ਸਿਹਤ ਸੰਬੰਧੀ ਤੁਹਾਡੀ ਇਸ ਵਕਤ ਸਵਾਲ ਹੈਗਾ, ਕੋਈ ਵੀ ਕੁਆਰੀ ਹੈਗੀ ਆ, ਸਾਨੂੰ ਅੱਜ ਦੇ ਲਾਈਵ ਪ੍ਰੋਗਰਾਮ ਵਿੱਚ ਤੁਸੀਂ ਕਾਲ ਕਰ ਸਕਦੇ ਹੋ। ਸੋ ਅੱਜ ਸਾਡੇ ਨਾਲ ਗੱਲਬਾਤ ਕਰਨ ਲਈ ਸਿਹਤ ਸੰਬੰਧੀ ਜੁੜ ਚੁੱਕੇ ਨੇ ਜੀ ਤੇ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਲਈ ਜੁੜ ਚੁੱਕੇ ਨੇ ਡਾਕਟਰ ਹਰਪ੍ਰੀਤ ਸਿੰਘ ਬਜਾਜ। ਸਵਾਗਤ ਕਰਦੇ ਹਾਂ ਜੀ ਉਹਨਾਂ ਦਾ। ਸਵਾਗਤ ਹੈ ਸਰ ਤੁਹਾਡਾ ਹਮਦਰਦ ਮੀਡੀਆ ਗਰੁੱਪ 'ਚ। ਥੈਂਕ ਯੂ ਜੀ ਤਰਨਜੀਤ ਜੀ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਨੂੰ ਉਮੀਦ ਹੈਗੀ ਹੈ ਵੀ ਸਾਰੇ ਖੁਸ਼ਹਾਲ ਹੈਗੇ ਨੇ, ਹੈਲਥੀ ਹੈਗੇ ਨੇ, ਤੇ ਉਮੀਦ ਕਰਦੇ ਹੈਗੇ ਆ ਕਿ ਆਪਣੇ ਜਿਹੜੇ ਹੋਮ ਕੰਟਰੀ ਇੰਡੀਆ ਵਿੱਚ ਵੀ ਜਿਵੇਂ ਹਾਲਾਤ ਖਰਾਬ ਹੋ ਰਹੇ ਹੈਗੇ ਨੇ ਕਿ ਜਲਦੀ ਸੁਧਰ ਜਾਣ। ਬਿਲਕੁਲ ਸਰ, ਇੰਡੀਅਨ ਤੁਸੀਂ ਗੱਲ ਸ਼ੁਰੂ ਕੀਤੀ ਹੈ ਤਾਂ ਉੱਥੋਂ ਦੇ ਹਾਲਾਤਾਂ ਦੀ ਗੱਲ ਕਰ ਲਈਏ। ਕਰੋਨਾ ਵਾਇਰਸ ਜਿਹੜਾ ਉੱਥੇ ਕਹਿ ਰਹੇ ਨੇ ਭਾਰਤੀ ਵੇਰੀਐਂਟ ਹੈ, ਕਾਫੀ ਜ਼ਿਆਦਾ ਖਤਰਨਾਕ ਹੈ ਤੇ ਉੱਥੇ ਜਿਵੇਂ ਇਸ ਵਕਤ ਹੈਲਥ ਕ੍ਰਾਈਸਿਸ ਵੀ ਸਾਹਮਣੇ ਆ ਰਹੇ ਨੇ, ਹਸਪੀਟਲਸ ਦੇ ਜੋ ਵੀਡੀਓਜ਼ ਸਾਹਮਣੇ ਆ ਰਹੀਆਂ ਨੇ, ਆਕਸੀਜਨ ਦੀ ਕਮੀ ਹੋਈ ਪਈ ਆ। ਸੋ ਕਾਫੀ ਜ਼ਿਆਦਾ ਉੱਥੇ ਇੱਥੇ ਜਿਹੜੇ ਰਿਸ਼ਤੇਦਾਰ ਨਹੀਂ ਰਹਿੰਦੇ ਉਹਨਾਂ ਦੇ ਕਾਫੀ ਜ਼ਿਆਦਾ ਵਰਿਡ ਹੋਏ ਪਏ ਨੇ। ਜੀ ਬਿਲਕੁਲ, ਬਹੁਤ ਦੁੱਖ ਵਾਲੀ ਉੱਥੇ ਜਿਹੜੀਆਂ ਰਿਪੋਰਟਸ ਆ ਰਹੀਆਂ ਹੈਗੀਆਂ ਨੇ। ਦਵਾਈਆਂ ਨਹੀਂ ਮਿਲ ਰਹੀਆਂ, ਆਕਸੀਜਨ ਨਹੀਂ ਮਿਲ ਰਹੇ ਹੈਗੇ। ਲੋਕੀ ਉਸ ਸਿਚੁਏਸ਼ਨ ਦਾ ਫਾਇਦਾ ਉਠਾ ਰਹੇ ਨੇ, ਕਿੰਨੇ ਗੁਣਾ ਹੋਰਡਿੰਗ ਹੋ ਕੇ ਫਿਰ ਬਲੈਕ ਮਾਰਕੀਟਿੰਗ ਕਰ ਰਹੇ ਹੈਗੇ ਨੇ ਵੀ ਹਜ਼ਾਰਾਂ ਵਿੱਚ ਜਿਹੜੀ ਚੀਜ਼ 100 ਵਿੱਚ ਆਉਣੀ ਚਾਹੀਦੀ ਹੈ ਉਹ ਲੱਖਾਂ ਵਿੱਚ ਕਈ ਵਾਰੀ ਵਿਕ ਰਹੀ ਹੈਗੀ ਹੈ। ਤਾਂ ਬਹੁਤ ਹੀ ਇੱਕ ਤਰ੍ਹਾਂ ਨਾਲ ਖਰਾਬ ਹਾਲਾਤ ਹੈਗੇ ਨੇ। ਉੱਥੇ ਦੇ ਸਰਕਾਰ ਨੂੰ ਤੇ ਉੱਥੇ ਦੇ ਕੋਰਟਸ ਨੂੰ ਚਾਹੀਦਾ ਹੈ ਵੀ ਉਹ ਜਿਹੜੀ ਚੀਜ਼ ਐਵੇਂ ਜਿਹੜੇ ਗਲਤ ਕੰਮ ਕਰ ਰਹੇ ਹੈਗੇ ਨੇ ਉਹਨਾਂ ਨੂੰ ਰੋਕਣ। ਉਸੇ ਦੇ ਨਾਲ ਬੜੇ ਲੋਕ ਅੱਛੇ ਕੰਮ ਵੀ ਕਰ ਰਹੇ ਹੈਗੇ ਨੇ। ਬੜੇ ਵੋਲੰਟੀਅਰ ਆਰਗੇਨਾਈਜੇਸ਼ਨਸ ਹੈਗੀਆਂ ਨੇ ਜਿਹੜੀਆਂ ਅੱਛੇ ਕੰਮ ਕਰ ਰਹੀਆਂ ਹੈਗੀਆਂ ਨੇ, ਸੇਵਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਤੇ ਉਹਨਾਂ ਨੂੰ ਸਰਾਹਣਾ ਚਾਹੀਦਾ ਹੈਗਾ। ਬਿਲਕੁਲ ਸਰ। ਕੁਝ ਭਾਰਤੀ ਵੇਰੀਐਂਟਸ ਦੇ ਮਾਮਲੇ ਇੱਥੇ ਓਨਟਾਰੀਓ ਵਿੱਚ ਵੀ ਮਿਲੇ ਨੇ। 36 ਦੇ ਅਰਾਊਂਡ ਜਿਹੜਾ ਸੰਡੇ ਨੂੰ ਜੋ ਆਇਆ ਸੀ ਲੇਟੈਸਟ ਇਨਫੋਰਮੇਸ਼ਨ ਕਿ 36 ਦੇ ਅਰਾਊਂਡ ਜਿਹੜੇ ਪੇਸ਼ੈਂਟਸ ਨੇ ਕਰੋਨਾ ਵਾਇਰਸ ਦੇ ਭਾਰਤੀ ਵੇਰੀਐਂਟ ਤੇ ਮਿਲੇ ਨੇ। ਹਾਲਾਤ ਇੱਥੇ ਵੀ ਕੋਈ ਬਹੁਤੇ ਚੰਗੇ ਨਹੀਂ ਹੈਗੇ। ਹਸਪੀਟਲਸ ਦੇ ਵਿੱਚ ਪੇਸ਼ੈਂਟਸ ਬਹੁਤ ਜ਼ਿਆਦਾ ਵੱਧ ਰਹੇ ਨੇ, ਪੋਜ਼ਿਟਿਵ ਰੇਟ ਜਿਹੜਾ ਬਹੁਤ ਜ਼ਿਆਦਾ ਉੱਪਰ ਹੋ ਚੁੱਕਿਆ ਹੈ। ਅੱਜ ਹਾਲਾਂਕਿ 32 ਤੋਂ 3300 ਦੇ ਵਿੱਚ ਮਾਮਲੇ ਸਾਹਮਣੇ ਆਏ ਨੇ, ਅਦਰਵਾਈਜ਼ ਤਾਂ 4000 ਤੋਂ ਨੀਚੇ ਇੱਥੇ ਵੀ ਨਹੀਂ ਜਾ ਰਹੇ। ਜੀ ਬਿਲਕੁਲ, ਪਿਛਲੇ ਹਫ਼ਤੇ ਜਿਵੇਂ ਆਪਾਂ ਤਰਨਜੀਤ ਜੀ ਗੱਲ ਕਰ ਰਹੇ ਸੀਗੇ ਕਿ ਅਸੀਂ ਇੱਥੇ ਓਨਟਾਰੀਓ ਵਿੱਚ ਹੁਣ ਕੇਸਿਸ ਘਟਦੇ ਦੇਖਣਾ ਸ਼ੁਰੂ ਕੀਤਾ ਹੈਗਾ ਇਸ ਹਫ਼ਤੇ। ਜਿਹੜਾ ਪੀਕ ਆਪਾਂ ਕਹਿ ਦਈਏ ਤੀਸਰੇ ਵੇਵ ਦੀ ਹੋਈ ਹੈਗੀ ਆ ਵੀ 4000 ਤੋਂ ਪਹਿਲਾਂ ਜ਼ਿਆਦਾ ਹੀ ਆ ਰਹੇ ਸੀਗੇ, ਹੁਣ ਥੋੜੇ ਉਸ ਤੋਂ ਘਟ ਰਹੇ ਸ਼ੁਰੂ ਹੋਏ ਨੇ। ਪਰ ਜਿਹੜੇ ਹਸਪੀਟਲ ਵਿੱਚ ਜਿਹੜੇ ਪੇਸ਼ੈਂਟ ਹੈਗੇ ਨੇ, ਆਪਾਂ ਸੋਚੀਏ ਵੀ ਉਹ ICU ਵਿੱਚ ਹੈਗੇ ਨੇ ਤੇ ਉਹ ਇੰਨੀ ਜਲਦੀ, ਇੱਕ ਤਾਂ ਜਿਹੜਾ ਪੇਸ਼ੈਂਟ ਹੁੰਦਾ ਉਹ ਬਹੁਤ ਸਿੱਕ ਹੁੰਦਾ ਤੇ ਉਹ ਕਈ ਹਫ਼ਤੇ ਹਸਪੀਟਲ ਵਿੱਚ ICU ਵਿੱਚ ਰਹਿੰਦੇ ਹੈਗੇ ਨੇ। ਨਾਲੇ ਹਸਪੀਟਲ ਵਿੱਚ ਹਾਲੇ ਵੀ ਜਿਹੜੇ ਕੇਸ ਜਿਹੜੇ ਹੋ ਰਹੇ ਨੇ, ਜਿਹੜੇ ਅੱਜ ਵੀ ਹੋਏ ਹੈਗੇ ਨੇ, ਉਹ ਵੀ ਹਫ਼ਤੇ ਤੱਕ ਉਹਨਾਂ ਚੋਂ ਕੁਝ ਲੋਕ ਮੇਬੀ 5 ਤੋਂ 10% ਲੋਕ ਫਿਰ ਵੀ ਹਸਪੀਟਲ ਵਿੱਚ ਪਹੁੰਚਣਗੇ ਹਾਲੇ। ਤੇ ਹਸਪੀਟਲ ਦੇ ਕੇਸਿਸ ਘਟਣ ਵਿੱਚ ਹਾਲੇ ਟਾਈਮ ਲੱਗੇਗਾ, 2 ਤੋਂ 4 ਹਫ਼ਤੇ ਹੋਰ ਲੱਗਣਗੇ। ਜੀ ਬਿਲਕੁਲ। ਉੱਤੋਂ ਦੀ ਹਸਪੀਟਲਸ ਦੇ ਵਿੱਚ ਸਟਾਫ ਦੀ ਵੀ ਕਹਿੰਦੇ ਕਾਫੀ ਕਮੀ ਦੇਖਣ ਨੂੰ ਮਿਲ ਰਹੀ ਹੈ। ਹੁਣ ਅੱਜ ਹੀ ਅਸੀਂ ਹਜੇ ਇਸ ਤੋਂ ਪਹਿਲਾਂ ਪ੍ਰੋਗਰਾਮ 'ਚ ਡਿਸਕਸ ਕਰਕੇ ਹਟੇ ਹਾਂ ਕਿ 100 ਦੇ ਕਰੀਬ ਜਿਹੜੇ ਬੱਚੇ ਨੇ ਉਹ ਸਿਕ ਕਿਡਸ ਵੱਲ ਜਿਹੜੇ ਆ ਉਹ ਭੇਜੇ ਜਾ ਰਹੇ ਨੇ ਕਿਉਂਕਿ ਬੈਡਸ ਕੋਵਿਡ ਪੇਸ਼ੈਂਟਸ ਲਈ ਖਾਲੀ ਕਰਨੇ ਚਾਹੀਦੇ ਨੇ। ਜੀ ਐਂਡ ਮਿਲਟਰੀ ਦੀ ਹੈਲਪ ਮੰਗਾਈ ਹੈਗੀ ਹੈ। ਨੋਵਾ ਸਕੋਸ਼ੀਆ ਤੋਂ ਕੁਝ ਡਾਕਟਰ ਮੰਗਾਏ ਹੈਗੇ ਨੇ ICU ਦੇ ਵਿੱਚ, ਕਿਉਂਕਿ ਡਾਕਟਰ ਨਰਸਾਂ ਜਿਹੜੀਆਂ ICU ਦੀਆਂ ਸਪੈਸ਼ਲਿਸਟ ਹੈਗੇ ਨੇ ਉਹਨਾਂ ਦੀ ਜ਼ਰੂਰਤ ਹੈਗੀ ਹੈ ਇੱਥੇ। ਤੇ ਜੇ ਇੰਡੀਆ ਦੇ ਵੇਰੀਐਂਟ ਦੀ ਗੱਲ ਕਰ ਲਈਏ ਤੇ ਉੱਥੇ ਦੇ ਜਿਹੜੇ ਫਲਾਈਟਸ ਬੰਦ ਹੋ ਗਈਆਂ ਨੇ, ਉਹ ਵੀ ਬਿਹਤਰ ਹੈਗਾ ਕਿ ਫਲਾਈਟਸ ਬੰਦ ਕਰਤੀਆਂ ਨੇ ਤਾਂ ਕਿ ਇੰਡੀਆ ਦਾ ਵੇਰੀਐਂਟ ਇੱਥੇ ਨਾ ਫੈਲਣਾ ਸ਼ੁਰੂ ਹੋ ਜਾਵੇ। ਗੱਲ ਕਰਾਂਗੇ ਡਾਕਟਰ ਬਜਾਜ ਇੰਡੀਅਨ ਵੇਰੀਐਂਟ ਦੀ। ਇਸ ਵਕਤ ਇੱਕ ਕਾਲਰ ਜੁੜ ਗਏ ਨੇ ਸਾਡੇ ਨਾਲ, ਉਹਨਾਂ ਦਾ ਸਵਾਲ ਲੈ ਲਈਏ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਮੈਂ ਨਾ ਇੱਥੋਂ ਬ੍ਰੈਂਪਟਨ ਤੋਂ ਬੋਲਦੀ ਹਾਂ। ਮੈਂ ਤੁਹਾਨੂੰ ਇੱਕ ਸਲਾਹ ਲੈਣੀ ਸੀ ਡਾਕਟਰ ਸਾਹਿਬ ਨਾਲ ਜੀ ਵੀ ਜਿਸ ਤਰ੍ਹਾਂ ਸਾਨੂੰ ਨਾ ਕੋਵਿਡ ਹੋਇਆ ਸੀਗਾ 22 ਜਨਵਰੀ ਨੂੰ ਨਾ, ਤਾਂ ਉਸ ਤੋਂ ਬਾਅਦ ਅਸੀਂ ਫਿਰ ਇੰਸੂਲੇਸ਼ਨ ਚ ਰਹੇ ਸੀ 2-3 ਹਫ਼ਤੇ ਨੂੰ ਲੱਗਣਾ। ਫਿਰ ਨਾ ਬੇਟੀ ਨੂੰ ਲਾਸਟ ਸਾਡੇ ਫਾਈਜ਼ਰ ਦਾ ਉਹਦਾ ਟੀਕਾ ਵੀ ਲੱਗ ਗਿਆ। ਤਾਂ ਮਤਲਬ ਹੁਣ ਫਾਈਜ਼ਰ ਦਾ ਟੀਕਾ ਵੀ ਲੱਗ ਗਿਆ ਸਾਡੇ 10 ਅਪ੍ਰੈਲ ਨੂੰ ਤਾਂ 1 ਅਪ੍ਰੈਲ ਨੂੰ। ਤਾਂ ਮਤਲਬ ਇਹ ਬੇਟੀ ਨੂੰ ਨਾ ਲਾਸਟ ਵੀਕ ਥੋੜੇ ਸਿੰਪਟਮ ਆਏ, ਮਤਲਬ ਸਿੰਪਟਮ ਨਹੀਂ ਆਏ ਉਹਦੇ, ਵੈਸੇ ਉਹਨੇ ਚੈੱਕ ਕਰਾਇਆ ਉਹਦੇ, ਉਹਦੇ ਹਸਬੈਂਡ ਕਿਤੇ ਬਾਹਰੋਂ ਆਏ ਤਾਂ ਉਹਨੇ ਚੈੱਕ ਕਰਾਉਣ ਚਲੇ ਗਏ, ਵੈਸੇ ਕਹਿੰਦੇ ਤਾਂ ਉਹਨੂੰ ਥੋੜ੍ਹਾ ਪੋਜ਼ੀਟਿਵ ਆਇਆ ਸੀ ਲਾਸਟ ਵੀਕ ਜੀ। ਤਾਂ ਹੁਣ ਸਾਨੂੰ ਇਹ ਆ ਵੀ ਸਾਨੂੰ ਤਾਂ 90 ਦਿਨ ਹਲੇ ਹੋਏ ਨਹੀਂ ਹੈਗੇ ਨਾ, ਅਸੀਂ ਅੰਦਰ ਹੀ ਉੱਧਰ ਗਏ ਨਹੀਂ ਅਸੀਂ ਕਿਤੇ ਬਾਹਰ, ਬੇਟੀ ਸਾਨੂੰ ਮਿਲੀ ਨਹੀਂ, ਬਾਹਰੋਂ ਮਿਲੀ ਹੈ ਜੀ। ਤਾਂ ਹੁਣ ਇਹ ਸਾਨੂੰ ਮਤਲਬ ਅਸੀਂ ਅੰਦਰ ਹੀ ਜਾਣਾ ਚਾਹੀਦਾ ਕਿ ਜਾਂ ਕਿਸ ਤਰ੍ਹਾਂ? ਜੀ 1 ਮਿੰਟ ਲਈ ਹੋਲਡ ਕਰਿਓ। ਡਾਕਟਰ ਬਜਾਜ, ਸਵਾਲ ਸਮਝ ਆ ਗਿਆ? ਕੁਝ ਪੁੱਛਣਾ ਜਾਂ ਆਪ ਆਂਸਰ ਦਈਏ?
ਨਹੀਂ ਉਹਨਾਂ ਦੀ ਬੇਟੀ ਨੂੰ ਬੇਟੀ ਨੂੰ ਫਾਈਜ਼ਰ ਦਾ ਜੀ ਵੈਕਸੀਨ ਬਹੁਤ ਲੱਗਿਆ ਸੀਗਾ, ਉਸ ਜੀ ਤੋਂ ਬਾਅਦ ਅਸੀਂ ਹੋ ਠੀਕ ਆ। ਗਿਆ। ਜੀ ਨਹੀਂ, ਇਹਨਾਂ ਨੂੰ ਵੈਕਸੀਨ ਲੱਗਿਆ ਸੀ, ਬੇਟੀ ਨੂੰ ਨਹੀਂ ਹਜੇ ਲੱਗਿਆ ਸੀ। ਬੇਟੀ ਨੂੰ ਨਹੀਂ ਨਾ ਲੱਗਿਆ ਸੀ ਵੈਕਸੀਨ। ਬੇਟੀ ਤਾਂ ਦੂਰ ਰਹਿੰਦੀ ਹੈ ਨਾ। ਬੇਟੀ ਹਾਂਜੀ, ਸਰ ਇਹਨਾਂ ਦੀ ਬੇਟੀ ਜਿਹੜੀ ਆ ਪੋਜ਼ਿਟਿਵ ਪਾਈ ਗਈ ਹੈ ਤੇ ਇੱਕ ਹਫਤਾ ਪਹਿਲਾਂ ਇਹਨਾਂ ਨੂੰ ਸ਼ਾਇਦ ਮਿਲ ਕੇ ਗਏ ਨੇ ਉਹ, ਉਸ ਤੋਂ ਬਾਅਦ ਉਹ ਪੋਜ਼ਿਟਿਵ ਉਹਨਾਂ ਦਾ ਨਿਕਲ ਆਇਆ। ਨਹੀਂ ਬਾਹਰੇ ਮਿਲੇ, ਬਾਹਰੇ ਮਿਲੇ। ਤੁਹਾਡੇ ਨਾਲ ਕੰਟੈਕਟ ਵਿੱਚ ਆਏ ਸੀ ਜੀ ਉਹ? ਨਹੀਂ ਨਹੀਂ, ਬਾਹਰੇ ਦੇਗਾ ਸੀ ਜੀ ਬਾਹਰ ਖੜੇ ਖੜੇ ਗੱਡੀ 'ਚ ਬੈਠ ਕੇ ਚੀਜ਼ ਲੈ ਗਏ। ਓਕੇ। ਤੇ ਸਰ ਉਹ ਪੁੱਛ ਰਹੇ ਨੇ ਕਿ ਸਾਨੂੰ ਹੁਣ ਕੀ ਪ੍ਰੀਕਾਸ਼ਨਸ ਯੂਜ਼ ਕਰਨੀਆਂ ਚਾਹੀਦੀਆਂ ਨੇ, ਕਿ ਤੁਹਾਨੂੰ ਸਾਨੂੰ ਕੋਈ ਲੱਗਦਾ ਹੈ ਤੁਹਾਨੂੰ ਕੋਈ ਬੁਖਾਰ ਹੋ ਰਿਹਾ ਹੈ, ਖੰਘ ਹੋ ਰਹੀ ਹੈ? ਤੁਹਾਨੂੰ ਕੋਈ ਸਿੰਪਟਮ ਤਾਂ ਨਹੀਂ ਲੱਗ ਰਹੇ, ਕੋਈ ਖੰਘ ਬੁਖਾਰ ਜਾਂ ਕੁਝ ਵੀ ਨਹੀਂ ਲੱਗ ਰਹੇ ਜੀ? ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਹਾਂਜੀ, ਇਹਨਾਂ ਸਾਨੂੰ ਦੱਸ ਦਈਏ ਵੇਲੇ ਕਿਸ ਤਰ੍ਹਾਂ, ਹਨਾ ਜੀ ਬਿਲਕੁਲ ਜੀ, ਤੁਸੀਂ ਟੀਵੀ ਸਕਰੀਨ ਤੇ ਸੁਣ ਸਕਦੇ ਹੋ। ਬੋਲੇ ਪੂਰੀ ਸ਼ੋਰ ਮੇਰੇ ਹਸਬੰਡ ਤੇ ਮੈਂ ਤੇ ਮੇਰੀ ਡਾਟਰ ਇਨ ਲਾ ਵਗੈਰਾ ਨਾ ਜੀ, ਤੁਸੀਂ ਟੀਵੀ ਸਾਰੇ ਸਕਰੀਨ ਤੇ ਠੀਕ ਆਨਸਰ ਹੈਗੇ ਸੁਣ ਨੇ, ਸਕਦੇ ਕਿਸੇ ਹੋ। ਨੂੰ ਕੋਈ ਸਿੰਪਟਮ ਨਹੀਂ ਹੈਗਾ? ਇੱਕ ਮਿੰਟ ਮੈਮ ਇੱਕ ਮਿੰਟ ਗੱਲ ਸੁਣੋ। ਸਰ ਪੁੱਛ ਰਹੇ ਨੇ, ਡਾਕਟਰ ਬਜਾਜ ਪੁੱਛ ਰਹੇ ਨੇ ਬਾਕੀ ਫੈਮਿਲੀ ਠੀਕ ਆ, ਕਿਸੇ ਨੂੰ ਕੋਈ ਹੋਰ ਪ੍ਰੋਬਲਮ ਤਾਂ ਨਹੀਂ ਹੋ ਰਹੀ ਹੈਗੀ? ਨਹੀਂ ਸਾਰੇ ਠੀਕ ਹੈ ਨਹੀਂ ਜੀ। ਜੀ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਜੀ ਸਰ। ਹਾਂਜੀ, ਜੇ ਇੱਕ ਵੈਕਸੀਨ ਲੱਗ ਚੁੱਕਿਆ ਹੈਗਾ ਤਾਂ ਰਿਸਰਚ ਇਹ ਸ਼ੋ ਕਰਦੀ ਹੈਗੀ ਹੈ ਵੀ ਆਪਾਂ 70 ਤੋਂ 80% ਜਿਹੜਾ ਹੈਗਾ ਉਹਦੀ ਪ੍ਰੋਟੈਕਸ਼ਨ ਰਹਿੰਦੀ ਹੈਗੀ ਆ, ਬਚਾਅ ਰਹਿੰਦਾ ਹੈਗਾ। ਆਫ ਕੋਰਸ ਇੰਜੈਕਸ਼ਨ ਤੋਂ 2 ਹਫ਼ਤੇ ਬਾਅਦ ਜਿਹੜੀ ਹੈਗੀ ਆ ਪ੍ਰੋਟੈਕਸ਼ਨ ਸ਼ੁਰੂ ਹੁੰਦੀ ਹੈਗੀ ਆ, ਤੇ ਆਪਾਂ ਇਹ ਨਹੀਂ ਕਹਿ ਸਕਦੇ ਕਿ ਉਸੇ ਹਫ਼ਤੇ ਸ਼ੁਰੂ ਹੋ ਜਾਂਦੀ ਹੈਗੀ ਆ। ਇੱਕ ਤਾਂ ਇਹ ਗੱਲ ਹੈਗੀ ਹੈ। ਦੂਜੀ ਇਹ ਗੱਲ ਹੈਗੀ ਹੈ ਵੀ ਜੇ ਆਪਾਂ ਬੇਟੀ ਨੂੰ ਮਿਲੇ ਸੀਗੇ, ਜੇ ਨੇੜੇ ਆਏ ਸੀਗੇ 6 ਫੀਟ ਦੇ ਅੰਦਰ ਤੇ ਜੇ ਗੱਲਬਾਤ ਕੀਤੀ ਸੀਗੀ ਤਾਂ ਫਿਰ ਹੋ ਸਕਦਾ ਹੈ ਕਿ ਟਰਾਂਸਮਿਸ਼ਨ ਫਿਰ ਵੀ ਹੋ ਜਾਵੇ। ਪਰ ਜੇ ਆਪਾਂ ਬਾਹਰੋਂ ਹੀ ਆਏ ਸੀਗੇ ਉਹ ਕੁਝ ਛੱਡਣ ਵਾਸਤੇ ਤੇ ਕੋਈ ਗੱਲਬਾਤ ਵੈਸੇ ਨਹੀਂ ਕੀਤੀ ਤੇ ਫਿਰ ਟਰਾਂਸਮਿਸ਼ਨ ਹੋਣ ਦਾ ਚਾਂਸ ਬਹੁਤ ਘੱਟ ਹੈਗਾ, ਇਨਫੈਕਸ਼ਨ ਹੋਣ ਦਾ ਚਾਂਸ ਬਹੁਤ ਘੱਟ ਹੈਗਾ। ਸਪੈਸ਼ਲੀ ਦੇ ਆਊਟਡੋਰ ਹੈਗਾ ਸੀਗਾ, ਜੇ ਕਾਰ 'ਚ ਹੀ ਕਹਿੰਦੇ ਹੈਗੇ ਤੇ ਬਾਹਰ ਆਊਟਡੋਰ ਹੀ ਹੋਣਾ, ਘਰ ਦੇ ਅੰਦਰ ਨਹੀਂ ਹੋਣਾ। ਤੇ ਹਵਾ ਦੇ ਵਿੱਚ ਜੇ ਆਪਾਂ ਬਾਹਰ ਗੱਲ ਕਰੀਏ ਤਾਂ ਉਹ ਸੇਫਰ ਮੰਨਿਆ ਜਾਂਦਾ ਹੈਗਾ, ਉਹਦੇ ਵਿੱਚ ਇਨਫੈਕਸ਼ਨ ਹੋਣ ਦਾ ਚਾਂਸ ਬਹੁਤ ਘੱਟ ਹੁੰਦਾ ਹੈਗਾ। ਤੇ ਆਪਾਂ ਲੱਛਣ ਦੇਖਦੇ ਰਹੀਏ, ਕੋਈ ਬੁਖਾਰ ਖਾਂਸੀ ਕਿਸੇ ਨੂੰ ਘਰ ਵਿੱਚ ਹੋ ਰਿਹਾ ਹੈਗਾ ਕਿ ਨਹੀਂ ਹੋ ਰਿਹਾ। ਜੇ ਕਿਸੇ ਨੂੰ ਲੱਗਦਾ ਹੈਗਾ ਕੋਈ ਸਿੰਪਟਮ ਤਾਂ ਫਿਰ ਜ਼ਰੂਰ ਟੈਸਟ ਕਰਾ ਲੈਣਾ ਚਾਹੀਦਾ ਜੀ। ਡਾਕਟਰ ਬਜਾਜ, ਹੁਣ ਇਸੇ ਤੇ ਮੈਂ ਇੱਕ ਥੋੜਾ ਜਿਹਾ ਕੁਐਸਚਨ ਹੋਰ ਪੁੱਛਣਾ ਚਾਹੁੰਦੀ ਹਾਂ ਵੀ ਕਿਹੜੇ ਹਾਲਾਤਾਂ ਵਿੱਚ ਹਸਪੀਟਲ ਜਾਣਾ ਚਾਹੀਦਾ, ਜਾ ਕੇ ਉੱਥੇ ਐਡਮਿਟ ਹੋਣ ਦੀ ਗੱਲ ਕਰਨੀ ਚਾਹੀਦੀ ਹੈ? ਕਿਉਂਕਿ ਪੈਨਿਕ ਬੰਦਾ ਜਦੋਂ ਸਮਟਾਈਮਸ ਐਵੇਂ ਦੇ ਕੋਈ ਨਾਰਮਲ ਵੀ ਸੀ ਗੱਲ ਕਰ ਲਈਏ, ਫਲੂ ਹੁੰਦਾ, ਪੈਨਿਕ ਹੁਣ ਇਸ ਵਕਤ ਇਹੀ ਹੋ ਰਿਹਾ ਕਿ ਕਿਤੇ ਸ਼ਾਇਦ ਇਹ ਸਿੰਪਟਮਸ ਨਾ ਹੋਣ ਕਰੋਨਾ ਵਾਇਰਸ ਦੇ। ਸੋ ਕਿਹੜੇ ਟਾਈਮ ਦੇ ਵਿੱਚ ਜਾ ਕੇ ਡਾਕਟਰ ਦੀ ਹੈਲਪ ਲੈਣੀ ਚਾਹੀਦੀ ਆ? ਜੀ, ਸੋ ਪਹਿਲੀ ਹੈਲਪ ਜਿਹੜੀ ਲੈਣੀ ਚਾਹੀਦੀ ਹੈਗੀ ਹੈ ਆਪਣੇ ਫੈਮਿਲੀ ਡਾਕਟਰ ਦੀ ਲੈਣੀ ਚਾਹੀਦੀ ਹੈ ਤਰਨਜੀਤ ਜੀ। ਫੈਮਿਲੀ ਡਾਕਟਰ ਅੱਜ ਕੱਲ੍ਹ ਜ਼ਿਆਦਾਤਰ ਫੋਨ ਤੇ ਹੀ ਅਵੇਲੇਬਲ ਹੈਗੇ ਨੇ ਤੇ ਤੁਹਾਡੇ ਫੈਮਿਲੀ ਡਾਕਟਰ ਜੇ ਤੁਸੀਂ ਦੱਸੋਗੇ ਮੈਨੂੰ ਇਸ ਲੱਛਣ ਹੋ ਰਹੇ ਨੇ ਵੀ ਖੰਘ ਹੋ ਰਹੀ ਹੈ, ਬੁਖਾਰ ਹੋ ਰਿਹਾ, ਤਾਂ ਪਹਿਲੀ ਚੀਜ਼ ਇਹੀ ਕਹਿਣਗੇ ਕਿ ਜਾ ਕੇ ਟੈਸਟ ਕਰਾਈਏ। ਟੈਸਟ ਕਰਨ ਨਾਲ ਪਤਾ ਲੱਗਦਾ ਕਿ ਕੋਵਿਡ ਤਾਂ ਨਹੀਂ ਹੈਗਾ। ਜੇ ਹੁੰਦਾ ਹੈਗਾ ਤਾਂ ਸਾਰਿਆਂ ਨੂੰ ਹਸਪੀਟਲ ਜਾਣ ਦੀ ਜ਼ਰੂਰਤ ਨਹੀਂ ਹੁੰਦੀ। ਓਨਲੀ 10% ਮਤਲਬ 10 ਚੋਂ 1 ਮਰੀਜ਼ ਨੂੰ ਹਸਪੀਟਲ ਵਿੱਚ ਭਰਤੀ ਹੋਣਾ ਪੈਂਦਾ ਹੈ। 10 ਚੋਂ 9 ਮਰੀਜ਼ ਜਿਹੜੇ ਹੈਗੇ ਨੇ ਉਹ ਘਰ ਵਿੱਚ ਹੀ ਟ੍ਰੀਟ ਹੋ ਸਕਦੇ ਹੈਗੇ ਨੇ। ਖੰਘ ਬੁਖਾਰ ਵਾਸਤੇ ਆਪਾਂ ਟਾਇਲੇਨੋਲ ਜਾਂ ਹੋਰ ਦਵਾਈਆਂ ਲੈ ਕੇ ਫੈਮਿਲੀ ਡਾਕਟਰ ਦੇ ਨਾਲ ਹਰ ਦੂਜੇ ਤੀਜੇ ਦਿਨ ਉਹ ਤੁਹਾਨੂੰ ਫਿਰ ਫੋਨ ਕਰਨਗੇ, ਪੁੱਛਣਗੇ ਕਿਵੇਂ ਚੱਲ ਰਿਹਾ ਹੈਗਾ। ਜਿਹੜੇ ਲੱਛਣ ਆਪਾਂ ਕਹਿ ਦਈਏ ਜਿਹੜੇ ਬਹੁਤ ਸਿਵੀਅਰ ਹੋ ਜਾਂਦੇ ਹੈਗੇ ਨੇ, ਕਿ ਸਾਹ ਲੈਣਾ ਔਖਾ ਹੋ ਗਿਆ ਜਾਂ ਫਿਰ ਬੁਖਾਰ ਇੰਨਾ ਜ਼ਿਆਦਾ ਹੋ ਗਿਆ ਕਿ ਘੱਟ ਹੀ ਨਹੀਂ ਰਿਹਾ ਹੈਗਾ, ਜਾਂ ਫਿਰ ਜੇ ਕਿਸੇ ਨੂੰ ਚੱਕਰ ਆ ਰਹੇ ਨੇ ਜਾਂ ਛਾਤੀ ਵਿੱਚ ਦਰਦ ਹੋ ਰਿਹਾ ਹੈਗਾ, ਤੇ ਐਵੇਂ ਦੇ ਸਿੰਪਟਮ ਹੋਣੇ ਸ਼ੁਰੂ ਹੋ ਜਾਂਦੇ ਹੈਗੇ ਨੇ, ਫਿਰ ਹਸਪੀਟਲ ਜਾਣਾ ਰეკਮੈਂਡਡ ਹੁੰਦਾ। ਜੇ ਕੋਈ ਆਕਸੀਜਨ ਆਪਣੀ ਚੈੱਕ ਕਰ ਰਿਹਾ ਹੈਗਾ, ਆਕਸੀਜਨ ਦੇ ਜਿਹੜੇ ਮੀਟਰ ਆਉਂਦੇ ਹੈਗੇ ਨੇ, ਜੇ ਆਕਸੀਜਨ ਆਪਣੀ ਘੱਟ ਰਹੀ ਹੈਗੀ ਹੈ 90% 92% ਤੋਂ ਘੱਟ ਰਹੀ ਹੈਗੀ ਹੈ, ਤਾਂ ਫਿਰ ਵੀ ਹਸਪੀਟਲ ਜਾਣਾ ਜ਼ਰੂਰੀ ਹੋ ਜਾਂਦਾ। ਬਾਕੀ ਜਿਵੇਂ ਮੈਂ ਕਿਹਾ 10 ਚੋਂ 9 ਮਰੀਜ਼ ਜਿਹੜੇ ਕੋਵਿਡ ਦੇ ਹੈਗੇ ਨੇ ਉਹ ਘਰ ਹੀ ਆਪਣੀ ਟ੍ਰੀਟਮੈਂਟ ਲੈ ਸਕਦੇ ਨੇ। ਘਰ ਵਿੱਚ ਇਹ ਜ਼ਰੂਰੀ ਹੈ ਵੀ ਬਾਕੀ ਲੋਕਾਂ ਤੋਂ ਦੂਰ ਰਹਿਣ, ਆਪਣੇ ਅਲੱਗ ਕਮਰੇ ਵਿੱਚ ਰਹਿਣ, ਬਾਥਰੂਮ ਵੀ ਅਲੱਗ ਹੋਣਾ ਚਾਹੀਦਾ ਹੈ ਤਾਂ ਕਿ ਹੋਰ ਲੋਕਾਂ ਨੂੰ ਨਾ ਫੈਲ ਜਾਵੇ। ਇਹ ਜ਼ਰੂਰੀ ਹੈਗਾ। ਜੇ ਇਹ ਨਾ ਹੋ ਸਕੇ ਤਾਂ ਆਈਸੋਲੇਸ਼ਨ ਸੈਂਟਰ ਵੀ ਬਣਾਏ ਗਏ ਨੇ ਜਗ੍ਹਾ, ਉੱਥੇ ਜਾ ਕੇ ਤੁਸੀਂ ਰਹਿ ਸਕਦੇ ਹੈਗੇ ਹੋ। ਹਸਪੀਟਲ ਨਹੀਂ ਹੈਗਾ, ਆਈਸੋਲੇਸ਼ਨ ਸੈਂਟਰ ਹੈਗਾ ਤਾਂ ਕਿ ਹੋਰ ਲੋਕਾਂ ਨੂੰ ਨਾ। ਜੀ ਡਾਕਟਰ ਬਜਾਜ, ਇਸ ਵਕਤ ਆਪਾਂ ਪ੍ਰੋਗਰਾਮ ਸ਼ੁਰੂ ਹੋਣ ਤੋਂ ਪਹਿਲਾਂ ਵੀ ਆਪਾਂ ਗੱਲਬਾਤ ਕਰ ਰਹੇ ਸੀਗੇ ਕਿ ਹੁਣ 18+ ਵਾਲਿਆਂ ਲਈ ਵੀ ਮਿਸੀਸਾਗਾ ਅਤੇ ਬ੍ਰੈਂਪਟਨ ਦੇ ਵਿੱਚ ਵੈਕਸੀਨੇਸ਼ਨ ਦੇ ਲਈ ਸੈਂਟਰ ਬਣਾਏ ਗਏ ਨੇ ਜਿੱਥੇ ਕਿ ਬੜੀ ਛੇਤੀ ਸਪੌਟ ਬੜੇ ਲਿਮਿਟਡ ਨੇ ਫਿਲ ਹੋ ਸਕਦੇ ਨੇ। ਸੋ ਤੁਸੀਂ ਇਹਦੇ ਬਾਰੇ ਵਿੱਚ ਜਾ ਕੇ ਆਪਣੀ ਵੈਬਸਾਈਟ ਦੇ ਉੱਤੇ ਪੀਲ ਰੀਜਨ ਦੀ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ ਕਿ ਕਿਹੜੇ-ਕਿਹੜੇ ਉਹਦੇ ਵਿੱਚ ਪੋਸਟਲ ਕੋਡਸ ਆਏ ਹੋਏ ਨੇ।
ਸੋ ਤੁਸੀਂ 18 ਪਲੱਸ ਹੈਗੇ ਹੋ ਤੇ ਇੱਥੇ ਤੁਸੀਂ ਜਾ ਸਕਦੇ ਹੋ। ਇੱਕ ਤਾਂ ਹੈਗਾ ਬਰੈਂਪਟਨ ਦੇ ਵਿੱਚ ਇਸਲਾਮਿਕ ਸੈਂਟਰ ਤੇ ਦੂਸਰਾ ਹੈਗਾ ਮਿਸੀਸਾਗਾ ਦੇ ਵਿੱਚ MAC ਇਸਲਾਮਿਕ ਕਮਿਊਨਿਟੀ ਸੈਂਟਰ। 2 ਐਵੇਂ ਦੇ ਸੈਂਟਰਸ ਹੈਗਾ ਜਿੱਥੇ ਜਾ ਕੇ ਤੁਸੀਂ ਚੈੱਕ ਕਰਵਾ ਸਕਦੇ ਹੋ। ਤੇ ਮੇਰੇ ਖਿਆਲ 'ਚ ਡਾਕਟਰ ਬਜਾਜ ਅੱਜ 45 ਪਲੱਸ ਵਾਲਿਆਂ ਨੂੰ ਵੀ ਆ ਗਿਆ ਕਿ ਹੌਟਸਪੌਟ ਦੇ ਵਿੱਚ ਤੁਸੀਂ ਕਰਵਾ ਸਕਦੇ ਹੋ ਬੁਕਿੰਗ। ਜੀ, ਜਿੰਨੀ ਜਲਦੀ ਤੋਂ ਜਲਦੀ ਜਿਹੜੀ ਵੈਕਸੀਨ ਮਿਲ ਸਕੇ, ਅਸੀਂ ਜਿਵੇਂ ਤਰਨਜੀਤ ਜੀ ਕਹਿ ਰਹੇ ਸੀਗੇ, ਕਿਉਂਕਿ ਵੈਕਸੀਨ ਹੀ ਇੱਕ ਤਰੀਕਾ ਹੈਗਾ ਬਚਣ ਦਾ। ਆਪਾਂ ਦੇਖ ਰਹੇ ਹੈਗੇ ਹਾਂ, ਅਮਰੀਕਾ ਨੇ ਵੀ ਅੱਜ ਕਹਿ ਦਿੱਤਾ ਹੈਗਾ ਵੀ ਜੇ ਤੁਹਾਨੂੰ ਫੁੱਲੀ ਵੈਕਸੀਨੇਟਡ ਹੈਗੇ ਹੋ, ਜੇ ਤੋਂ ਉੱਥੇ ਤਾਂ 2-2 ਵੈਕਸੀਨ ਇਕੱਠੇ ਹੀ ਲਗਾ ਰਹੇ ਹੈਗੇ ਨੇ। ਉੱਥੇ 100 ਮਿਲੀਅਨ ਲੋਕ ਤੋਂ ਵੀ ਜ਼ਿਆਦਾ 2 ਵੈਕਸੀਨ ਲੱਗ ਚੁੱਕੇ ਹੈਗੇ ਨੇ। ਉਹਨਾਂ ਦੀ 1/3 ਜਿਹੜੀ ਪਾਪੂਲੇਸ਼ਨ ਹੈਗੀ ਆ ਅਡਲਟਸ ਦੀ, ਉਹਨਾਂ ਨੂੰ ਲੱਗ ਚੁੱਕੇ ਹੈਗੇ ਨੇ 2 ਵੈਕਸੀਨ। ਉਹਨਾਂ ਨੇ ਅੱਜ ਕਿਹਾ ਹੈਗਾ ਵੀ ਤੁਸੀਂ ਲੋਕਾਂ ਨੂੰ ਮਿਲ ਸਕਦੇ ਹੈਗੇ ਹੋ, ਮਾਸਕ ਪਾਉਣ ਦੀ ਜ਼ਰੂਰਤ ਨਹੀਂ ਹੈਗੀ ਆ, ਅਨਲੈਸ ਤੁਸੀਂ ਕੋਈ ਕਨਸਰਟ ਤੇ ਜਾ ਰਹੇ ਹੈਗੇ ਹੋ, ਮੇਲੇ ਤੇ ਜਾ ਰਹੇ ਹੈਗੇ ਹੋ, ਫਿਰ ਮਾਸਕ ਪਾਉਣ ਦੀ ਜ਼ਰੂਰਤ ਹੈਗੀ ਆ। ਪਰ ਜੇ ਤੁਹਾਨੂੰ 2 ਵੈਕਸੀਨ ਲੱਗ ਚੁੱਕੇ ਨੇ ਫਿਰ ਉਵੇਂ ਨਹੀਂ ਹੈਗਾ। ਫਿਰ ਇੱਥੇ ਵੀ ਐਵੇਂ ਹੀ ਚਾਹੁੰਦੇ ਹੈਗੇ ਆ ਤੇ ਜ਼ਰੂਰੀ ਹੈਗਾ ਵੀ ਆਪਾਂ ਸਾਰੇ ਹੀ ਜਦੋਂ ਸਾਨੂੰ ਵੈਕਸੀਨ ਦੀ ਅਵੇਲੇਬਿਲਿਟੀ ਖੁੱਲ੍ਹਦੀ ਹੈਗੀ ਆ, ਪੀਲ ਰੀਜਨ ਕਿਉਂਕਿ ਹੌਟਸਪੌਟ ਹੈਗਾ, ਪੀਲ ਰੀਜਨ ਤੇ ਟੋਰਾਂਟੋ ਦੀ ਉਹਨਾਂ ਨੇ ਹੁਣ ਜ਼ਿਆਦਾ ਵੈਕਸੀਨ ਦੇ ਰਹੇ ਹੈਗੇ ਨੇ ਫੇਜ਼ 2 ਵਿੱਚ। ਤੇ 18 ਪਲੱਸ ਜਾਂ ਫਿਰ 45 ਪਲੱਸ ਤੁਸੀਂ ਵੈਬਸਾਈਟ ਤੇ ਜਾ ਕੇ ਆਪਣੀ ਜਲਦੀ ਤੋਂ ਜਲਦੀ ਅਪਾਇੰਟਮੈਂਟ ਬੁੱਕ ਕਰਕੇ ਤੁਸੀਂ ਹੁਣ ਵੈਕਸੀਨ ਲੈ ਸਕਦੇ ਹੈਗੇ ਹੋ, ਤਾਂ ਕਿ ਐਟਲੀਸਟ ਪਾਰਸ਼ਲ ਪ੍ਰੋਟੈਕਸ਼ਨ ਜਿਹੜੀ ਇੱਕ ਵੈਕਸੀਨ ਦੇ ਨਾਲ ਆਉਂਦੀ ਹੈਗੀ ਆ ਉਹ ਹੋ ਸਕੇ। ਬਿਲਕੁਲ ਜੀ। ਤੇ ਸਰ ਜਿਹੜੇ ਇਸ ਵਕਤ ਵੈਕਸੀਨ ਲਗਾਏ ਨੇ ਉਹਨਾਂ ਨੇ ਤਾਂ ਆਪਣੇ ਐਕਸਪੀਰੀਅੰਸਿਸ ਸਾਡੇ ਨਾਲ ਕਾਫੀ ਸ਼ੇਅਰ ਕੀਤੇ ਨੇ। ਉਮੀਦ ਕਰਦੇ ਹਾਂ ਕਿ ਬਾਕੀ ਦੇ ਦਰਸ਼ਕ ਵੀ ਜਿਨ੍ਹਾਂ ਨੇ ਅਜੇ ਤੱਕ ਆਪਣੀਆਂ ਅਪਾਇੰਟਮੈਂਟਸ ਨਹੀਂ ਬਣਾਈਆਂ ਹੈਗੀਆਂ, ਆਪਣੀਆਂ ਅਪਾਇੰਟਮੈਂਟਸ ਬਣਾ ਲੈਣ। ਹੁਣ ਤਾਂ ਟੂਰਿਸਟ ਵੀਜ਼ਾ ਵਗੈਰਾ ਜਾਂ ਤੁਸੀਂ ਟੈਂਪਰੇਰੀ ਇਸ ਵਕਤ ਵੀਜ਼ਾ ਤੇ ਇੱਥੇ ਹੈਗੇ ਹੋ, ਤੁਹਾਨੂੰ ਵੀ ਵੈਕਸੀਨੇਸ਼ਨ ਦੇ ਸਾਰੇ ਆਪਸ਼ਨਸ ਇੱਥੇ ਅਵੇਲੇਬਲ ਹੈਗੇ ਨੇ। ਸਰ ਆਪਾਂ ਆਪਣੇ ਟੌਪਿਕ ਤੇ ਹੁਣ ਆਈਏ। ਜਿਹੜਾ ਅੱਜ ਦਾ ਮੁੱਦਾ ਆਪਾਂ ਗੱਲਬਾਤ ਕਰਨੀ ਆ ਹੱਡੀਆਂ ਦੀ ਕਮਜ਼ੋਰੀ ਦੇ ਬਾਰੇ ਵਿੱਚ। ਸੋ ਹੱਡੀਆਂ ਦੀ ਕਮਜ਼ੋਰੀ ਦੀ ਆਪਾਂ ਇੱਥੋਂ ਗੱਲਬਾਤ ਕਰਦੇ ਹਾਂ। ਹੱਡੀਆਂ ਦੀ ਕਮਜ਼ੋਰੀ ਹੈ ਕੀ ਹੈ ਤੇ ਕਿਵੇਂ ਫੀਲ ਹੁੰਦਾ ਕਿ ਸਾਡੀਆਂ ਹੱਡੀਆਂ ਜਿਹੜੀਆਂ ਨੇ ਕਮਜ਼ੋਰ ਹੋਣੀਆਂ ਸ਼ੁਰੂ ਹੋ ਰਹੀਆਂ ਨੇ? ਜੀ, ਸੋ ਆਪਾਂ 2 ਚੀਜ਼ਾਂ ਹੱਡੀਆਂ ਦੀ ਡਿਸਕਸ ਕਰ ਸਕਦੇ ਹੈਗੇ ਆ। ਇੱਕ ਤਾਂ ਦਰਦ ਆਪਾਂ ਕਹਿ ਸਕਦੇ ਹੈਗੇ ਆ, ਪੀੜਾਂ ਜਿਹੜੀਆਂ ਹੁੰਦੀਆਂ ਨੇ ਉਹ ਹੱਡੀਆਂ ਦੀ ਕਮਜ਼ੋਰੀ ਕਰਕੇ ਨਹੀਂ ਹੁੰਦੀਆਂ ਹੈਗੀਆਂ। ਪੀੜਾਂ ਜਿਹੜੀਆਂ ਹੁੰਦੀਆਂ ਨੇ ਜ਼ਿਆਦਾਤਰ ਆਰਥਰਾਈਟਿਸ ਹੁੰਦਾ ਹੈ ਵੀ ਜੋੜ ਜਿਹੜੇ ਹੁੰਦੇ ਨੇ ਉਹਨਾਂ ਵਿੱਚ ਪਾਣੀ ਘੱਟ ਜਾਂਦਾ ਹੈ, ਆਪਾਂ ਕਹਿ ਦਈਏ ਪੰਜਾਬੀ ਵਿੱਚ। ਮਤਲਬ ਕਿ ਉਹਨਾਂ ਦੇ ਜਿਹੜੇ ਕਾਰਟਿਲੇਜ ਹੁੰਦੇ ਹੈਗੇ ਨੇ, ਜਿਹੜੀ ਬੋਨ ਹੁੰਦੀ ਹੈ ਉਹ ਇੱਕ ਦੂਸਰੇ ਨਾਲ ਰਗੜਦੀ ਹੈਗੀ ਹੈ ਫਿਰ, ਤੇ ਇਸ ਕਰਕੇ ਉਹ ਦਰਦਾਂ ਹੁੰਦੀਆਂ ਨੇ। ਪਰ ਆਪਾਂ ਜਿਹੜੀ ਹੱਡੀਆਂ ਦੀ ਕਮਜ਼ੋਰੀ ਦੀ ਅੱਜ ਗੱਲ ਕਰ ਰਹੇ ਹੈਗੇ ਆ ਉਹ ਇਹਦੇ ਬਾਰੇ ਨਹੀਂ ਹੈਗਾ। ਉਹ ਹੈਗਾ ਆਸਟੀਓਪੋਰੋਸਿਸ ਕਹਿੰਦੇ ਹੈਗੇ ਇੰਗਲਿਸ਼ ਵਿੱਚ, ਕਿ ਹੱਡੀਆਂ ਕਮਜ਼ੋਰ ਹੋ ਕੇ ਫਿਰ ਫ੍ਰੈਕਚਰ ਹੋਣ ਲੱਗ ਜਾਂਦੀਆਂ ਨੇ, ਟੁੱਟਣ ਲੱਗ ਜਾਂਦੀਆਂ ਨੇ ਬਿਨਾਂ ਕੋਈ ਸੱਟ ਵੱਜੇ, ਬਿਨਾਂ ਡਿੱਗੇ, ਬਿਨਾਂ ਤਿਲਕੇ। ਕਈ ਲੋਕ ਆਪਾਂ ਦੇਖਦੇ ਹੈਗੇ ਜਿਵੇਂ ਤੁਸੀਂ ਵੀ ਦੇਖਿਆ ਹੋਏਗਾ ਤਰਨਜੀਤ ਜੀ, ਕਿ ਕੁਝ ਬਜ਼ੁਰਗ ਹੁੰਦੇ ਨੇ ਜਿਹੜੇ ਕਿ ਐਵੇਂ ਝੁਕ ਜਾਂਦੇ ਨੇ, ਕੁੱਬ ਪੈ ਜਾਂਦਾ ਹੈਗਾ ਆਪਾਂ ਕਹਿੰਦੇ ਹੈਗੇ ਆ। ਜੀ। ਉਹ ਇਸ ਲਈ ਹੁੰਦਾ ਕਿ ਰੀੜ੍ਹ ਦੀ ਹੱਡੀ ਜਿਹੜੀ ਹੁੰਦੀ ਹੈ ਕਮਜ਼ੋਰ ਹੋ ਕੇ ਉਹਦੇ ਵਿੱਚ ਕਈ ਫ੍ਰੈਕਚਰ ਹੋ ਜਾਂਦੇ ਨੇ, ਉਹ ਟੇਢੀ ਹੋ ਜਾਂਦੀ ਹੈਗੀ ਹੈ ਰੀੜ੍ਹ ਦੀ ਹੱਡੀ ਜਿਹੜੀ ਹੈਗੀ ਆ। ਉਹਨੂੰ ਆਪਾਂ ਹੱਡੀਆਂ ਦੀ ਕਮਜ਼ੋਰੀ ਜਾਂ ਫਿਰ ਆਸਟੀਓਪੋਰੋਸਿਸ ਜਿਹੜਾ ਨਾਂ ਹੈਗਾ ਉਹ ਕਹਿੰਦੇ ਹੈਗੇ ਆ। ਉਹਦੇ ਲੱਛਣ ਜਿਹੜੇ ਹੈਗੇ ਨੇ ਐਵੇਂ ਕੋਈ ਨਹੀਂ ਹੈਗੇ ਉਹਦੇ ਨਾਲ, ਐਵੇਂ ਨਹੀਂ, ਜਦੋਂ ਤੱਕ ਫ੍ਰੈਕਚਰ ਨਹੀਂ ਹੋ ਜਾਂਦਾ ਤਾਂ ਤੱਕ ਦਰਦ ਵੀ ਨਹੀਂ ਹੁੰਦੀ ਹੈਗੀ ਆ। ਹੱਡੀਆਂ ਦੀ ਕਮਜ਼ੋਰੀ ਦਾ ਸਿਰਫ ਟੈਸਟ ਨਾਲ ਹੀ ਪਤਾ ਕਰ ਸਕਦੇ ਹੈਗੇ ਆ। ਇੱਕ ਸਪੈਸ਼ਲ ਟੈਸਟ ਹੁੰਦਾ, ਐਕਸ-ਰੇ ਹੁੰਦਾ ਹੈਗਾ, ਉਹਨੂੰ ਆਪਾਂ ਬੋਨ ਮਿਨਰਲ ਡੈਂਸਿਟੀ ਕਹਿੰਦੇ ਹੈਗੇ ਆ। ਜਿਹੜਾ ਰੀੜ੍ਹ ਦੀ ਹੱਡੀ ਤੇ ਐਕਸ-ਰੇ ਕਰਦੇ ਹੈਗੇ ਆ, ਦੇਖਦੇ ਆ ਕਿ ਉਹਦੀ ਸਟਰੈਂਥ ਕਿੰਨੀ ਹੈਗੀ, ਉਹਦੀ ਮਜ਼ਬੂਤੀ ਕਿੰਨੀ ਹੈਗੀ ਆ। ਇਹ ਦੇਖਣ ਵਾਸਤੇ ਸਪੈਸ਼ਲ ਐਕਸ-ਰੇ ਕਰਾਉਣਾ ਚਾਹੀਦਾ ਹੈਗਾ। ਕਿਹਨਾਂ ਨੂੰ ਕਰਾਉਣਾ ਚਾਹੀਦਾ ਹੈਗਾ? ਵੈਸੇ ਜੇ ਕੋਈ ਹੱਡੀਆਂ ਦਾ ਫ੍ਰੈਕਚਰ ਹੋਇਆ ਹੋਵੇ ਘੱਟ ਉਮਰ ਤੇ ਵੀ, ਮਤਲਬ ਬਿਨਾਂ ਕੋਈ ਜ਼ਿਆਦਾ ਸੱਟ ਵੱਜੇ, ਤਾਂ ਵੀ ਕਰਾ ਲੈਣਾ ਚਾਹੀਦਾ। ਪਰ ਸਪੈਸ਼ਲੀ ਜਦੋਂ ਲੇਡੀਜ਼ ਜਿਹੜੀਆਂ ਹੈਗੀਆਂ ਨੇ, ਜਨਾਨੀਆਂ, ਜਦੋਂ ਮੈਨੋਪੌਜ਼ ਹੋ ਜਾਂਦਾ ਉਸ ਤੋਂ 10 ਸਾਲ ਬਾਅਦ ਸਾਰਿਆਂ ਨੂੰ ਹੀ ਲੇਡੀਜ਼ ਨੂੰ ਇਹ ਬੋਨ ਮਿਨਰਲ ਡੈਂਸਿਟੀ ਦਾ ਟੈਸਟ ਐਟਲੀਸਟ ਇੱਕ ਵਾਰੀ ਜ਼ਿੰਦਗੀ ਵਿੱਚ ਜ਼ਰੂਰ ਕਰਾ ਲੈਣਾ ਚਾਹੀਦਾ ਹੈਗਾ। ਤਾਂ ਹੀ ਪਤਾ ਲੱਗ ਸਕਦਾ ਹੈ ਕਿ ਬੋਨਸ ਵੀਕ ਹੋ ਰਹੀਆਂ ਨੇ ਕਿ ਨਹੀਂ ਹੋ। ਇਹਨਾਂ ਦਾ ਮੇਨ ਕਾਰਨ ਸਰ ਦੱਸੀਏ ਤਾਂ ਤੁਸੀਂ ਜਿਵੇਂ ਦੱਸਿਆ ਕਿ ਇਹੀ ਹੋ ਸਕਦਾ ਆ, ਜਾਂ ਫਿਰ ਇਸ ਦੇ ਹੋਰ ਵੀ ਕੋਈ ਕਾਰਨ, ਤੁਹਾਡੀ ਡਾਈਟ ਜਾਂ ਕੁਝ ਐਵੇਂ ਦੇ ਕਾਰਨ ਵੀ ਹੋ ਸਕਦੇ ਆ? ਜੀ ਬਿਲਕੁਲ, ਹੋਰ ਵੀ ਬੜੇ ਸਾਰੇ ਕਾਰਨ ਹੁੰਦੇ ਹੈਗੇ ਨੇ। ਡਾਇਟ ਵਿੱਚ ਜੇ ਆਪਾਂ ਕੈਲਸ਼ੀਅਮ ਤੇ ਵਿਟਾਮਿਨ ਡੀ ਨਾ ਲਈਏ ਤਾਂ ਵੀ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹੈਗੀਆਂ ਨੇ। ਕੁਝ ਸਰ ਇਹਦੇ ਬਾਰੇ ਗੱਲ ਲੋਕਾਂ ਕਰਾਂਗੇ, ਤੁਸੀਂ ਡਾਈਟ ਦੀ ਗੱਲ ਕਰ ਰਹੇ ਹੋ, ਇਹਦੇ ਬਾਰੇ ਗੱਲ ਕਰਾਂਗੇ। ਦਰਸ਼ਕ ਕਿ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਟੀਵੀ ਦੀ ਆਵਾਜ਼ ਨੂੰ ਘੱਟ ਕਰ ਦਿਓ। ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਮੈਂ ਗੁਰੂਪ ਤੋਂ ਬੋਲ ਰਿਹਾ ਜੀ। ਜੀ, ਗੁਰੂਪ ਤੋਂ ਬੋਲ ਰਿਹਾ ਜੀ। ਹਾਂਜੀ ਹਾਂਜੀ, ਦੱਸੋ ਜੀ ਕੀ ਸਵਾਲ ਹੈ? ਮੇਰੀ ਵਾਈਫ ਦੇ ਲੱਤਾਂ ਤੇ ਹੱਡੀਆਂ ਚੜ ਜਾਂਦੀ ਇੱਕ ਦੂਜੇ ਦੇ ਉੱਪਰ, ਔਰ ਤਕਲੀਫ ਨਾੜਾਂ ਚੜ ਜਾਂਦੀਆਂ ਜੀ। ਉਹ
ਵੀ ਬਹੁਤ ਹੁੰਦੀ ਆ, ਔਖੇ ਹੁੰਦੇ ਆ। ਜੀ ਨਾੜਾਂ ਚੜ ਜਾਂਦੀਆਂ ਨੇ ਸਰ, ਰਾਤ ਨੂੰ ਕਹਿੰਦੇ ਕਿ ਕਾਫੀ ਤਕਲੀਫ ਹੁੰਦੀ ਹੈ। ਹੋਰ ਕੋਈ ਬਿਮਾਰੀ ਹੈਗੀ ਹੈ ਦਵਾਈਆਂ ਲੈਂਦੇ ਤੁਸੀਂ? ਕੋਈ ਦਵਾਈਆਂ ਖਾਂਦੇ ਆ ਜੀ, ਕੋਈ ਕਿਸੇ ਤਰੀਕੇ ਦੀ ਕੋਈ ਮੈਡੀਸਨ? ਹਾਂਜੀ ਹਾਂਜੀ ਖਾਂਦੇ ਆ ਜੀ, ਉਹ ਬਲੱਡ ਪ੍ਰੈਸ਼ਰ ਦੀ ਖਾਂਦੇ ਆ ਜੀ। ਬਲੱਡ ਪ੍ਰੈਸ਼ਰ ਦੀ? ਹਾਂਜੀ ਸ਼ੂਗਰ ਦੀ ਵੀ? ਠੀਕ ਹੈ ਜੀ। ਹਾਂਜੀ। ਕੋਈ ਹੋਰ ਬਿਮਾਰੀ ਸ਼ੂਗਰ ਤਾਂ ਨਹੀਂ ਕੰਟਰੋਲ 'ਚ ਹੈਗੀ ਜਾਂ ਨਹੀਂ ਹੈਗੀ ਆ? ਸ਼ੂਗਰ ਉਹਨਾਂ ਦੀ ਕੰਟਰੋਲ 'ਚ ਹੈ ਜੀ? ਹਾਂਜੀ ਕੰਟਰੋਲ ਹੈ ਜੀ। ਹਾਂਜੀ ਸਰ ਕੰਟਰੋਲ 'ਚ ਹੈ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਜੀ ਜੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਤੁਸੀਂ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਗਏ ਨੇ, ਮੁਆਫੀ ਚਾਹਾਂਗੇ ਜੀ, ਫੋਨ ਡਿਸਕਨੈਕਟ ਹੋ ਗਿਆ। ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਹੈਲੋ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਅਸੀਂ ਬਰੈਂਪਟਨ ਤੋਂ ਬੋਲਦੇ ਹਾਂ ਜੀ, ਇੱਥੋਂ। ਹਾਂਜੀ ਦੱਸੋ ਜੀ, ਕੀ ਸਵਾਲ ਹੈ ਤੁਹਾਡਾ? ਹਾਂਜੀ ਇਹ ਸਵਾਲ ਹੈ ਕਿ ਕਹਿੰਦੇ ਕਿ ਜੇ ਡੀ ਵਿਟਾਮਿਨ ਲੈਣੇ ਇਹਦੇ ਨਾਲ ਹੱਡੀਆਂ ਕਮਜ਼ੋਰ ਹੁੰਦੀਆਂ। ਡੀ ਵਿਟਾਮਿਨ ਖਾਣ ਦੇ ਨਾਲ ਹੁੰਦੀਆਂ ਕਮਜ਼ੋਰ, ਤੁਸੀਂ ਕਹਿ ਰਹੇ ਹੋ? ਡੀ ਵਿਟਾਮਿਨ ਜਿਹੜੀਆਂ ਗੋਲੀਆਂ ਖਾਂਦੇ ਨੇ, ਮਤਲਬ ਲੱਤਾਂ ਤੋਂ, ਦਰਦਾਂ ਤੋਂ, ਹਾਂ, ਇਹਨਾਂ ਕਮਜ਼ੋਰ ਹੁੰਦੀਆਂ। ਡਾਕਟਰ ਸਾਹਿਬ ਕਹਿੰਦੇ ਸਾਡੇ ਘਰੇ ਵਾਲ ਵੀ ਜਦ ਲੱਤਾਂ ਨਹੀਂ ਤੁਰਦੀਆਂ, ਦਰਦਾਂ ਪੈਂਦੀਆਂ, ਮਤਲਬ ਤੁਸੀਂ ਡੀ ਵਿਟਾਮਿਨ ਖਾਓ, 1 ਦੇ 2 ਕਰ ਸਕਦੇ। ਠੀਕ ਹੈ ਜੀ। ਤੁਸੀਂ ਕਹਿ ਰਹੇ ਹੋ ਵਿਟਾਮਿਨ ਡੀ ਦੀ ਕਮੀ ਦੇ ਕਰਕੇ ਇਹ ਲੱਤਾਂ ਦੁਖਦੀਆਂ ਨੇ, ਤੁਸੀਂ ਇਹ ਪੁੱਛਣਾ ਚਾਹੁੰਦੇ ਹੋ? ਵੀ ਡੀ ਵਿਟਾਮਿਨ ਤੁਸੀਂ ਖਾ ਸਕਦੇ ਆ ਵੀ ਇੱਕ ਖਾਂਦੀ ਸੀ, ਕਹਿੰਦੇ 2 ਕਰ ਲਓ। ਠੀਕ ਹੈ ਜੀ, ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਦੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ। ਪੁੱਛਣਾ ਸੀ ਜਿਹੜੇ ਮੋਢਿਆਂ 'ਚ ਬਹੁਤ ਜ਼ਿਆਦਾ ਦਰਦ ਹੁੰਦੀ, ਇਹਦੇ ਵਾਸਤੇ ਡਾਕਟਰ ਨੂੰ ਪੁੱਛਣਾ ਕੀ? ਹਾਂਜੀ ਤੁਸੀਂ ਔਨ 에ਅਰ ਹੋ ਜੀ, ਤੁਹਾਡੀ ਆਵਾਜ਼ ਅਸੀਂ ਸੁਣ ਸਕਦੇ ਹਾਂ। ਦੱਸੋ ਜੀ ਕੀ ਸਵਾਲ ਹੈ ਤੁਹਾਡਾ? ਅਸੀਂ ਇਹ ਦੱਸਣਾ ਸੀਗਾ ਜਿੱਦਾਂ ਮੋਢਿਆਂ 'ਚ ਜ਼ਿਆਦਾ ਦਰਦ ਹੁੰਦੀ ਹੈ ਤੇ ਉਹਦੇ ਵਾਸਤੇ ਕਿੱਦਾਂ ਕੀ ਕਰਨਾ ਜੇ ਬਹੁਤ ਜ਼ਿਆਦਾ ਹੁੰਦੀ ਆ। ਤੁਹਾਡੇ ਮੋਢਿਆਂ 'ਚ ਪੇਨ ਹੁੰਦੀ ਆ, ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ? ਕੋਈ ਦਵਾਈ ਖਾਂਦੇ ਹੋ ਤੁਸੀਂ? ਇੱਕ ਮਿੰਟ ਮੈਂ ਗੱਲ ਕਰਨੀ, ਭੈਣ ਜੀ ਕਰਿਓ ਗੱਲ ਜੀ। ਹਾਂਜੀ ਹੈਲੋ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ ਜੀ ਤੁਹਾਡਾ? ਹਾਂਜੀ ਅਸੀਂ ਇੱਥੇ ਬਰੈਂਪਟਨ ਤੋਂ ਬੋਲਦੇ ਹਾਂ, ਹਰਮਿੰਦਰ ਮੇਰਾ ਨਾਮ ਆ ਜੀ। ਤਾਂ ਮੋਢਿਆਂ ਦੇ ਵਿੱਚ ਮੇਰੇ ਪੁੱਤ ਬਹੁਤ ਦਰਦ ਹੁੰਦਾ ਆ, ਰਾਤ ਨੂੰ ਪਈ ਦੇ ਵੀ, ਦਿਨੇ ਨੂੰ ਵੀ ਤੁਰੀ ਫਿਰਦੀ ਦੇ ਬਹੁਤ, ਕਦੇ ਬੈਠਾ ਤਾਂ ਕੁੱਟੂਗੀ ਜਾਂ ਕੁਛ ਕਰੂੰਗੀ, ਕਈ ਕੁਛ ਮਰਿਆ ਤੇਲ ਤੂਲ ਵੀ, ਤਾਂ ਫਰਕ ਨਹੀਂ ਪੈਂਦਾ। ਕੋਈ ਪਹਿਲਾਂ ਸੱਟ ਵਗੈਰਾ ਤਾਂ ਨਹੀਂ ਲੱਗੀ ਤੁਹਾਨੂੰ? ਨਹੀਂ ਪਤਾ ਨਹੀਂ ਜੀ। ਡਾਕਟਰ ਬਜਾਜ ਕੁਝ ਹੋਰ ਪੁੱਛਣਾ ਚਾਹੁੰਦੇ ਹੋ ਤੁਸੀਂ? ਸੋ ਉਮਰ ਕਿੰਨੀ ਹੈਗੀ ਆ? ਹੋਰ ਕੋਈ ਦਵਾਈਆਂ ਕਿਹੜੀਆਂ, ਬਿਮਾਰੀ ਕਿਹੜੀ? ਕਿੰਨੀ ਉਮਰ ਹੈ ਜੀ ਤੁਹਾਡੀ? 60 ਸਾਲ ਦੀ। 60 ਸਾਲ। ਤੇ ਕੋਈ ਮੈਡੀਸਨ ਵਗੈਰਾ ਖਾਂਦੇ ਹੋ ਪਹਿਲਾਂ? ਕੋਈ ਦਵਾਈ ਖਾਂਦੇ ਹੋ ਤੁਸੀਂ? ਹਾਂਜੀ ਦਵਾਈ ਤਾਂ ਖਾਂਦੀ ਆ, ਹੱਡੀਆਂ ਦੀ ਵੀ ਖਾਂਦੀ ਆ, ਹੋਰ ਕਈ ਦਵਾਈਆਂ ਖਾਂਦੀ ਆ। ਕਿਹੜੀਆਂ ਖਾਂਦੇ ਹੋ? ਕੋਈ ਹੈ ਤੁਹਾਨੂੰ ਆਈਡੀਆ ਕਿਸ ਚੀਜ਼ ਦੀ ਖਾਂਦੇ ਹੋ? ਕੋਈ ਬੀਪੀ ਦੀ, ਕੋਈ ਸ਼ੂਗਰ ਦੀ, ਕੋਈ ਬਲੱਡ ਪ੍ਰੈਸ਼ਰ ਦੀ? ਦਵਾਈ ਖਾਂਦੀ ਆ ਜੀ, ਇੱਕ ਤਾਂ ਬਲੱਡ ਪ੍ਰੈਸ਼ਰ ਦੀ ਖਾਂਦੀ ਆ, ਇੱਕ ਮੈਂ ਖਾਂਦੀ ਆ ਸਵੇਰ ਨੂੰ ਨੈਪਨੀ ਜਿਹੜੀ ਜੀ। ਕੋਈ ਐਕਸਰੇ ਵਗੈਰਾ ਕਰਾ? ਕੋਈ ਤੁਸੀਂ ਪਹਿਲਾਂ ਐਕਸਰੇ ਵਗੈਰਾ ਕਰਵਾਇਆ ਤੁਸੀਂ? ਹਾਂਜੀ ਨਹੀਂ ਇਸ ਤਰ੍ਹਾਂ ਨਹੀਂ ਕਰਾਇਆ। ਨਹੀਂ ਸਰ ਐਕਸਰੇ ਨਹੀਂ ਕਰਵਾਇਆ ਇਹਨਾਂ ਨੇ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ? ਹਾਂਜੀ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ। ਕਾਲਰ ਇੱਕ ਹੋਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਟੀਵੀ ਦੀ ਆਵਾਜ਼ ਘੱਟ ਕਰ ਦਿਓ ਜੀ। ਕਿੱਥੋਂ ਬੋਲ ਰਹੇ ਹੋ? ਕੀ ਸਵਾਲ ਹੈ? ਹਾਂਜੀ ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਜੀ ਸੁਨੀਲ ਸਿੰਘ ਬਰਾੜ ਬੋਲਦਾ। ਮੇਰੀ ਲੜਕੀ ਹੈ, 28 ਸਾਲ ਦੀ ਉਮਰ ਆ ਉਹਦੀ। ਉਹਦਾ ਬਲੱਡ ਪ੍ਰੈਸ਼ਰ ਬਹੁਤ ਹਾਈ ਰਹਿੰਦਾ ਜੀ, ਤੇ ਦਵਾਈ ਕੱਲ ਪਰਸੋਂ ਲਾਈ ਡਾਕਟਰ ਨੇ। ਇਹ ਕੀ ਗੱਲ ਆ ਜੀ? ਉਹਦੀ ਉਮਰ ਵੀ ਕੁਛ ਨਹੀਂ ਤੇ ਉਹਦਾ ਵੇਟ ਵੀ ਬਹੁਤ ਘੱਟ ਆ ਜੀ। ਜੀ 1 ਮਿੰਟ ਲਈ ਹੋਲਡ ਕਰਿਓ ਤੁਸੀਂ। ਡਾਕਟਰ ਬਜਾਜ ਪੁੱਛਣਾ ਚਾਹੁੰਦੇ ਨੇ ਬੇਟੀ ਦੇ ਬਾਰੇ ਵਿੱਚ ਕੁਝ ਪੁੱਛਣਾ ਤੁਸੀਂ ਇਹਨਾਂ ਨੂੰ ਹੀ ਆਨਸਰ ਦਈਏ ਆਪਾਂ? ਵੇਟ ਠੀਕ ਹੈਗਾ ਕਹਿੰਦੇ ਹੈਗੇ? ਘੱਟ ਕਹਿੰਦੇ ਉਹਨਾਂ ਦਾ ਵੇਟ ਘੱਟ ਆ ਤੇ ਬਲੱਡ ਪ੍ਰੈਸ਼ਰ ਕਾਫੀ ਹਾਈ ਰਹਿੰਦਾ ਤੇ ਡਾਕਟਰ ਸਾਹਿਬ ਨੇ ਹੁਣ ਇੱਕ ਗੋਲੀ ਲਾਈ ਆ। ਕਿੰਨਾ ਰਹਿੰਦਾ ਜੀ? ਕੋਈ ਆਈਡੀਆ ਹੈ ਤੁਹਾਨੂੰ? ਟੀਵੀ ਦੀ ਆਵਾਜ਼ ਪਲੀਜ਼ ਘੱਟ ਕਰ ਦਿਓ। ਪਹਿਲਾਂ ਟੀਵੀ ਦੀ ਆਵਾਜ਼ ਘੱਟ ਕਰ ਦਿਓ। ਹੈਲੋ ਜੀ। ਦਰਸ਼ਕਾਂ ਨੂੰ ਬੇਨਤੀ ਹੈ ਕਿ ਜਦੋਂ ਤੁਸੀਂ ਸਾਡੇ ਨਾਲ ਗੱਲ ਕਰਦੇ ਹੋ ਉਸ ਵਕਤ ਟੀਵੀ ਦੀ ਆਵਾਜ਼ ਘੱਟ ਕਰ ਦਿਆ ਕਰੋ। ਸਾਨੂੰ ਤੁਹਾਡੀ ਆਵਾਜ਼ ਸੁਣਾਈ ਨਹੀਂ ਦਿੰਦੀ ਤੇ ਡਾਇਰੈਕਟਲੀ ਸਾਡੇ ਨਾਲ ਗੱਲ ਕਰਿਆ ਕਰੋ। ਸਰ ਇਹਨਾਂ ਦੀ ਪੂਰੀ ਆਪਾਂ ਇਨਕੁਆਇਰੀ ਨਹੀਂ ਲੈ ਸਕੇ। ਤੁਸੀਂ ਦੁਬਾਰਾ ਟੀਵੀ ਦੀ ਆਵਾਜ਼ ਘੱਟ ਕਰਕੇ ਸਾਡੇ ਨਾਲ ਗੱਲ ਕਰ ਸਕਦੇ ਹੋ। ਪਹਿਲਾਂ ਗਲਫ ਤੋਂ ਕਾਲ ਆਈ ਸੀ ਜਿਨ੍ਹਾਂ ਨੇ ਕਿਹਾ ਸੀ ਲੱਤਾਂ ਵਿੱਚ ਪੇਨ ਰਹਿੰਦੀ ਆ, ਨਾੜਾਂ ਚੜ ਜਾਂਦੀਆਂ ਨੇ, ਬੀਪੀ ਤੇ ਸ਼ੂਗਰ ਦੀ ਉਹ ਮੈਡੀਸਨ ਖਾਂਦੇ ਨੇ, ਸ਼ੂਗਰ ਕੰਟਰੋਲ 'ਚ ਰਹਿੰਦੀ ਹੈ। ਜੀ ਸੋ ਨਾੜਾਂ ਚੜਨ ਦਾ ਬਹੁਤ ਮਤਲਬ ਕਾਫੀ ਕੁਝ ਉਹਦਾ ਕਾਰਨ ਹੋ ਸਕਦਾ ਹੈਗਾ। ਜੇ ਸ਼ੂਗਰ ਕੰਟਰੋਲ ਨਾ ਹੋਵੇ, ਕੁਝ ਆਪਣੇ ਪਾਣੀ ਘਟ ਜਾਂਦਾ ਹੈਗਾ ਆਪਣੀ ਬੋਡੀ ਵਿੱਚ, ਡੀਹਾਈਡਰੇਸ਼ਨ ਆਪਾਂ ਕਹਿ ਦਈਏ, ਉਹਦੀ ਵਜ੍ਹਾ ਨਾਲ ਵੀ ਨਾੜਾਂ ਚੜ ਜਾਂਦੀਆਂ ਹੈਗੀਆਂ ਨੇ।
ਕੁਝ ਦਵਾਈਆਂ ਜਿਹੜੀਆਂ ਬਲੱਡ ਪ੍ਰੈਸ਼ਰ ਦੀਆਂ ਹੁੰਦੀਆਂ ਨੇ ਉਹ ਵੀ ਪਾਣੀ ਘਟਾਉਂਦੀਆਂ ਨੇ, ਜਾਂ ਫਿਰ ਸੋਡੀਅਮ ਘਟਾ ਦਿੰਦੀਆਂ ਨੇ, ਉਹਦੇ ਕਰਕੇ ਵੀ ਨਾੜਾਂ ਚੜ੍ਹ ਸਕਦੀਆਂ ਹੈਗੀਆਂ ਨੇ। ਕੋਈ ਵਿਟਾਮਿਨ ਜਾਂ ਆਇਰਨ ਦੀ ਕਮੀ ਕਰਕੇ ਵੀ ਨਾੜਾਂ ਚੜ੍ਹ ਸਕਦੀਆਂ ਹੈਗੀਆਂ ਨੇ। ਸੋ ਬਹੁਤ ਅਲੱਗ-ਅਲੱਗ ਕਾਰਨ ਹੈਗੇ ਨੇ। ਜੇ ਕਿਸੇ ਦਾ B12 ਘੱਟ ਹੋਵੇ, ਜੇ ਕੋਈ ਵੈਜੀਟੇਰੀਅਨ ਹੋਵੇ, ਵੈਸ਼ਨੂੰ ਹੋਵੇ ਤੇ B12 ਨਾ ਲੈਂਦਾ ਹੋਵੇ, ਉਹਦੇ ਕਰਕੇ ਵੀ ਐਵੇਂ ਹੋ ਸਕਦਾ ਹੈ। ਵਿਟਾਮਿਨ ਡੀ ਦੀ ਕਮੀ ਦੀ ਵਜ੍ਹਾ ਨਾਲ ਵੀ ਹੋ ਸਕਦਾ। ਤੋ ਆਪਾਂ ਇਹ ਸਾਰਾ ਕੁਝ ਦੇਖੀਏ ਕਿ ਕੀ ਕਾਰਨ ਕੀ ਹੈਗੇ ਨੇ। ਜੇ ਆਪਾਂ ਟੈਸਟ ਕਰਾਈਏ ਸ਼ੂਗਰ ਦਾ, ਬਲੱਡ ਪ੍ਰੈਸ਼ਰ ਦਾ, ਸੋਡੀਅਮ ਦਾ, ਵਿਟਾਮਿਨ B12 ਦਾ, ਜੇ ਵੈਸ਼ਨੂੰ ਹੈਗੇ ਨੇ ਤਾਂ ਪਤਾ ਲੱਗ ਸਕਦਾ ਕਿ ਉਹਦਾ ਕਾਰਨ ਕੀ ਹੈਗਾ ਤੇ ਉਹਦੇ ਫਿਰ ਆਪਾਂ ਉਹਦੇ ਹਿਸਾਬ ਨਾਲ ਉਹਦਾ ਟ੍ਰੀਟਮੈਂਟ ਕਰ ਸਕਦੇ ਹੈਗੇ। ਜੀ ਸਰ, ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਫੋਨ ਕੱਟਿਆ ਗਿਆ ਜੀ। ਮੈਂ ਜੀ ਮਿਸਟਰ ਬਰਾੜ, ਤੁਸੀਂ ਪਹਿਲਾਂ ਟੀਵੀ ਦੀ ਆਵਾਜ਼ ਨੂੰ ਘੱਟ ਕਰ ਦਵੋ। ਤੁਸੀਂ ਕਿਹਾ ਬੀਪੀ ਦੀ ਪ੍ਰੋਬਲਮ ਹੈ ਤੁਹਾਡੀ ਬੇਟੀ ਨੂੰ ਕਰਤੀ। ਤੁਸੀਂ ਕਿਹਾ ਬੀਪੀ ਹਾਈ ਰਹਿੰਦਾ ਆ ਤੇ ਉਹਨਾਂ ਦਾ weight ਵੀ ਘੱਟ ਹੈ। ਕਿੰਨਾ ਕੁ ਹਾਈ ਰਹਿੰਦਾ ਬੀਪੀ ਉਹਨਾਂ ਦਾ? ਕਿੰਨਾ ਰਹਿੰਦਾ ਹਾਈ ਮਤਲਬ 173 ਜੀ। 173 105। ਤੇ weight ਕਿੰਨਾ ਹੈਗਾ? ਤੇ weight ਕਿੰਨਾ ਹੈ ਜੀ ਉਹਨਾਂ ਦਾ? weight ਕਿੰਨਾ? 50 ਕੇਜੀ ਹੈ ਜੀ। 50 ਕਿਲੋ। ਕਿਡਨੀ ਦਾ ਟੈਸਟ ਠੀਕ ਹੈਗਾ ਉਹਨਾਂ ਦਾ? ਕਿਡਨੀ ਦਾ ਟੈਸਟ ਕਰਵਾਇਆ ਤੁਸੀਂ? ਕਿਡਨੀ ਦਾ ਟੈਸਟ ਠੀਕ ਹੈ ਤੁਹਾਡਾ? ਕਿਡਨੀ ਦਾ ਟੈਸਟ ਅੱਜ ਕਰਾ ਕੇ ਆਏ ਆ ਜੀ। ਅੱਜ ਕਰਵਾ ਕੇ ਆਏ ਨੇ ਸਰ ਉਹ? ਹਾਂਜੀ ਜੀ ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਸ਼ੁਕਰੀਆ, ਤੁਸੀਂ ਕਾਲ ਕੀਤੀ ਹੈ ਜੀ। ਓਕੇ ਜੀ ਸਰ, ਨੈਕਸਟ ਕਾਲਰ ਜੁੜ ਗਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹਾਂਜੀ, ਅਸੀਂ ਬ੍ਰੈਂਪਟਨ ਤੋਂ ਬੋਲਦੇ ਹਾਂ ਜੀ। ਹਾਂਜੀ ਦੱਸੋ ਜੀ, ਕੀ ਸਵਾਲ ਹੈ? ਮੇਰੀ ਵਾਈਫ ਸ਼ੂਗਰ ਦੀ ਹੈਗੀ ਮਰੀਜ਼ ਤੇ ਉਹ ਡਾਕਟਰ ਸਾਹਿਬ ਦੇ ਹੀ ਪੇਸ਼ੈਂਟ ਨੇ। ਇਹਨਾਂ ਤੋਂ ਹੀ ਦਵਾਈ ਖਾਂਦੇ ਆ ਜੀ। ਤੇ ਉਹ ਪੁੱਛਦੇ ਆ ਵੀ ਅਸੀਂ ਜਿਹੜਾ ਕੋਵਿਡ ਦਾ ਇੰਜੈਕਸ਼ਨ ਲਵਾ ਲਈਏ। ਜੀ ਸਰ, ਸ਼ੂਗਰ ਦੇ ਪੇਸ਼ੈਂਟਸ ਜਿਨ੍ਹਾਂ ਨੂੰ ਡਾਇਬੀਟੀਜ਼ ਹੋਈ ਹੈ ਪੁੱਛਣਾ ਚਾਹੁੰਦੇ ਨੇ ਕਿ ਕੋਵਿਡ ਇੰਜੈਕਸ਼ਨ ਲਗਵਾਇਆ ਜਾ ਸਕਦਾ ਕਿ ਨਹੀਂ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ। 68 ਈਅਰ ਹੋ ਗਏ ਕੱਲ। 78 ਦੇ ਹੋ ਗਏ ਨੇ। ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ ਸਰ, ਉਸ ਤੋਂ ਬਾਅਦ ਬ੍ਰੈਂਪਟਨ ਤੋਂ ਕਾਲ ਆਈ ਸੀ। ਉਹਨਾਂ ਨੇ ਪੁੱਛਿਆ ਸੀ ਕਿ ਉਹਨਾਂ ਦੀਆਂ ਲੱਤਾਂ ਦੇ ਵਿੱਚ ਦਰਦ ਹੁੰਦਾ ਹੈ ਤੇ ਡਾਕਟਰ ਸਾਹਿਬ ਕਹਿੰਦੇ ਨੇ ਵਿਟਾਮਿਨ ਦੀ ਜਿਹੜੀ ਡੀ ਦੀ ਤੁਸੀਂ ਇੱਕ ਗੋਲੀ ਖਾਂਦੇ ਹੋ, ਉਹਨਾਂ ਨੂੰ 2 ਕਰ ਦਿਓ। ਕਿ ਵਿਟਾਮਿਨ ਡੀ ਦੀਆਂ ਗੋਲੀਆਂ ਖਾਣ ਦੇ ਨਾਲ ਪੇਨ ਠੀਕ ਹੋ ਜਾਂਦਾ ਹੈ? ਸੋ ਆਪਾਂ ਜਨਰਲੀ ਜੇ ਗੱਲ ਕਰੀਏ, ਜਿਵੇਂ ਆਪਾਂ ਪਹਿਲਾਂ ਗੱਲ ਕਰਨੀ ਸ਼ੁਰੂ ਕੀਤੀ ਸੀ ਕਿ ਕੈਲਸ਼ੀਅਮ ਤੇ ਵਿਟਾਮਿਨ ਡੀ ਦੀ ਕਮੀ ਕਰਕੇ ਵੀ ਹੱਡੀਆਂ ਕਮਜ਼ੋਰ ਹੋ ਸਕਦੀਆਂ ਹੈਗੀਆਂ ਨੇ। ਜਿਹੜੇ ਲੋਕ ਕੈਲਸ਼ੀਅਮ ਵਾਲੀਆਂ ਚੀਜ਼ਾਂ ਨਹੀਂ ਖਾਂਦੇ, ਵੀ ਦੁੱਧ ਨਹੀਂ ਪੀਂਦੇ, ਦਹੀਂ ਨਹੀਂ ਖਾਂਦੇ, ਫਿਸ਼ ਨਹੀਂ ਖਾਂਦੇ, ਫਿਸ਼ ਵਿੱਚ ਹੁੰਦਾ ਹੈ ਕੈਲਸ਼ੀਅਮ, ਬਰੋਕਲੀ ਨਹੀਂ ਖਾਂਦੇ, ਇਹੋ ਜਿਹੀਆਂ ਚੀਜ਼ਾਂ ਜੇ ਨਹੀਂ ਖਾਂਦੇ ਹੈਗੇ ਤੇ ਕੈਲਸ਼ੀਅਮ ਦੀ ਕਮੀ ਹੋ ਸਕਦੀ ਹੈਗੀ ਆ। ਤੇ ਕੈਲਸ਼ੀਅਮ ਤੇ ਵਿਟਾਮਿਨ ਡੀ ਐਸਪੈਸ਼ਲੀ ਜਦੋਂ 50-60 ਸਾਲ ਤੋਂ ਉੱਪਰ ਲੇਡੀਜ਼ ਹੋ ਜਾਂਦੀਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਹੀ ਕੈਲਸ਼ੀਅਮ ਵਿਟਾਮਿਨ ਡੀ ਦੀ ਗੋਲੀ ਰეკਮੈਂਡਡ ਹੁੰਦੀ ਹੈ ਤਾਂ ਕਿ ਹੱਡੀਆਂ ਇੰਨੀਆਂ ਕਮਜ਼ੋਰ ਨਾ ਹੋਣ। ਵਿਟਾਮਿਨ ਡੀ ਜਿਹੜਾ ਹੈਗਾ ਉਹ ਆਪਾਂ ਨੂੰ ਖਾਣੇ ਤੋਂ ਨਹੀਂ ਮਿਲਦਾ ਹੈਗਾ, ਖਾਲੀ ਸਨਲਾਈਟ ਤੋਂ ਮਿਲਦਾ, ਸੂਰਜ ਦੀ ਕਿਰਨਾਂ ਤੋਂ ਮਿਲਦਾ ਹੈਗਾ। ਇੱਥੇ ਕੈਨੇਡਾ ਵਿੱਚ ਧੁੱਪ ਤਾਂ ਕੋਈ ਹੁੰਦੀ ਨਹੀਂ ਹੈਗੀ ਹੈ, ਹੁੰਦੀ ਵੀ ਹੈਗੀ ਹੈ ਤੇ ਆਪਾਂ ਜ਼ਿਆਦਾ ਜਾਂਦੇ ਨਹੀਂ ਹੈਗੇ ਜਾਂ ਸਨਸਕ੍ਰੀਨ ਲਗਾ ਕੇ ਜਾਂਦੇ ਹੈਗੇ ਆ। ਇਸ ਕਰਕੇ ਵਿਟਾਮਿਨ ਡੀ ਜਿਹੜਾ ਹੈਗਾ ਬਹੁਤ ਹੀ ਲੋਕਾਂ ਦਾ ਘੱਟ ਹੈਗਾ। ਅੰਕੜਿਆਂ ਦੇ ਹਿਸਾਬ ਨਾਲ 75% ਲੋਕ, ਮਤਲਬ 4 ਚੋਂ 3 ਕੈਨੇਡੀਅਨ ਜਿਹੜੇ ਹੈਗੇ ਨੇ ਉਹਨਾਂ ਵਿੱਚ ਵਿਟਾਮਿਨ ਡੀ ਘੱਟ ਹੈਗਾ। ਤੇ ਵਿਟਾਮਿਨ ਡੀ ਮੇਰੇ ਖਿਆਲ ਸਾਰਿਆਂ ਨੂੰ ਹੀ ਲੈ ਲੈਣਾ ਚਾਹੀਦਾ ਹੈਗਾ। ਮੈਂ ਵੀ ਲੈਂਦਾ ਹੈਗਾ ਵਿਟਾਮਿਨ ਡੀ 1000 ਯੂਨਿਟਸ ਓਵਰ ਦ ਕਾਊਂਟਰ। ਸਿਰਫ ਇੱਕੋ ਹੀ ਵਿਟਾਮਿਨ ਲੈਣ ਦੀ ਜ਼ਰੂਰਤ ਹੈਗੀ ਹੈ ਇੱਥੇ ਕੈਨੇਡਾ ਵਿੱਚ, ਹੋਰ ਕੋਈ ਵਿਟਾਮਿਨ ਐਵੇਂ ਲੈਣ ਦੀ, ਡੇਲੀ ਵਿਟਾਮਿਨ ਲੈਣ ਦੀ ਜ਼ਰੂਰਤ ਨਹੀਂ ਹੈਗੀ ਹੈ। ਵਿਟਾਮਿਨ ਡੀ ਸਾਰਿਆਂ ਨੂੰ ਲੈ ਜਾਣਾ ਚਾਹੀਦਾ ਹੈਗਾ। ਤੇ ਕੁਝ ਲੋਕਾਂ ਦਾ ਵਿਟਾਮਿਨ ਡੀ ਜੇ ਘੱਟ ਹੋਵੇ ਤਾਂ ਸਪੈਸ਼ਲੀ ਜਿਹੜੇ ਆਪਾਂ ਕਹਿ ਲਈਏ ਥਾਈ ਮਸਲ ਜਿਹੜੇ ਹੁੰਦੇ ਨੇ ਉਹ ਵੀਕ ਹੋ ਜਾਂਦੇ ਹੈਗੇ ਨੇ ਤੇ ਦਰਦਾਂ ਹੋ ਸਕਦੀਆਂ ਨੇ ਲੱਤਾਂ ਦੇ ਵਿੱਚ। ਤੇ ਕਈ ਵਾਰੀ ਵਿਟਾਮਿਨ ਡੀ ਜੇ ਪੂਰਾ ਕਰ ਲਈਏ ਤਾਂ ਫਿਰ ਦਰਦਾਂ ਜਿਹੜੀਆਂ ਹੈਗੀਆਂ ਨੇ ਘੱਟ ਹੋ ਜਾਂਦੀਆਂ ਨੇ। ਪਰ ਜੇ ਨਹੀਂ ਹੋ ਰਹੀਆਂ ਤਾਂ ਫਿਰ ਹੋ ਸਕਦਾ ਕਿ ਹੋਰ ਕੋਈ ਕਮਜ਼ੋਰੀ ਨਾ ਹੋਵੇ, ਆਇਰਨ ਦੀ ਕਮੀ ਨਾ ਹੋਵੇ, ਅਨੀਮੀਆ, ਹੀਮੋਗਲੋਬਿਨ ਘੱਟ ਨਾ ਹੋਵੇ, ਉਹ ਵੀ ਚੈੱਕ ਕਰਾ ਲੈਣਾ ਚਾਹੀਦਾ। ਜੀ ਬਿਲਕੁਲ। ਉਸ ਤੋਂ ਬਾਅਦ ਕਾਲ ਆਈ ਸੀ ਮੈਮ ਦੀ, ਉਹਨਾਂ ਨੇ ਕਿਹਾ ਸੀ ਕਿ ਮੋਢਿਆਂ 'ਚ ਉਹਨਾਂ ਦੇ ਬਹੁਤ ਜ਼ਿਆਦਾ ਪੇਨ ਰਹਿੰਦਾ ਆ ਤੇ ਉਹ ਕਹਿੰਦੇ ਨੇ ਕਿ ਉਹਨਾਂ ਦੀਆਂ ਹੱਡੀਆਂ ਦੀ ਉਹ ਕੋਈ ਮੈਡੀਸਨ ਖਾਂਦੇ ਨੇ ਤੇ ਬੀਪੀ ਦੀ ਵੀ ਮੈਡੀਸਨ ਖਾਂਦੇ ਨੇ। ਸੋ ਇਸ ਤੋਂ ਬਾਅਦ ਉਹਨਾਂ ਨੇ ਕੋਈ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਕਿ ਕੋਈ ਸੱਟ ਵਗੈਰਾ ਉਹਨਾਂ ਦੇ ਨਹੀਂ ਲੱਗੀ ਸੀ, ਬਟ ਉਹਨਾਂ ਦੇ ਮੋਢਿਆਂ 'ਚ ਕਾਫੀ ਪੇਨ ਰਹਿੰਦਾ ਆ। ਮੋਢਿਆਂ ਦੀ ਪੇਨ ਤਾਂ ਆਪਾਂ ਅਗੇਨ ਪਤਾ ਕਰੀਏ ਵੀ ਐਕਸਰੇ ਵਿੱਚ ਪਹਿਲਾਂ ਪਤਾ ਕਰੀਏ ਜਾਂ ਫਿਰ ਉਹਦੇ ਵਿੱਚ ਪਤਾ ਕਰ ਸਕਦੇ ਹੈਗੇ ਆ ਕਿ ਦੋਨੋਂ ਮੋਢਿਆਂ 'ਚ ਹੁੰਦਾ ਹੈ ਕਿ ਇੱਕੋ ਮੋਢੇ 'ਚ ਹੁੰਦਾ ਹੈਗਾ। ਉਹਦੇ ਵਾਸਤੇ ਫਿਰ ਹੋ ਸਕਦਾ MRI ਵਗੈਰਾ ਕਰਾਉਣਾ ਪਵੇ ਦੇਖਣ ਵਾਸਤੇ ਕੀ ਹੁੰਦਾ।
ਕਈਆਂ ਨੂੰ ਮੋਢਿਆਂ ਵਿੱਚ ਇਸ ਕਰਕੇ ਵੀ ਪੇਨ ਰਹਿੰਦੀ ਹੈਗੀ ਆ ਵੀ ਉਹ ਬੈਠਣ ਦਾ ਜਿਹੜਾ ਇੱਕ ਤਰੀਕਾ ਹੁੰਦਾ ਨਾ, ਆਪਾਂ ਬੈਕ ਪੇਨ ਤੇ ਮੋਢਿਆਂ ਦੀ ਪੇਨ ਕਈ ਵਾਰੀ ਇਸ ਕਰਕੇ ਹੁੰਦੀ ਹੈਗੀ ਆ ਕਿ ਆਪਾਂ ਸਿੱਧੇ ਨਹੀਂ ਬਹਿੰਦੇ ਹੈਗੇ ਜਾਂ ਖੜੇ ਨਹੀਂ ਹੁੰਦੇ ਹੈਗੇ, ਐਵੇਂ ਆਪਾਂ ਝੁੱਕ ਕੇ ਬਹਿ ਜਾਂਦੇ ਹੈਗੇ ਆ ਸੋਫੇ ਤੇ ਜਾਂ ਮੰਜੇ ਤੇ ਜਾਂ ਬੈੱਡ ਤੇ ਬੈਠੇ ਰਹਿੰਦੇ ਹੈਗੇ ਆ, ਪਿੱਛੇ ਸਿਰਹਾਣਾ ਹੁੰਦਾ ਤੇ ਜਦੋਂ ਬੈਕ ਸਟ੍ਰੇਟ ਨਾ ਹੋਵੇ ਤੇ ਇਸ ਕਰਕੇ ਵੀ ਕਈ ਵਾਰੀ ਮੋਢੇ ਤੇ ਬੈਕ ਦੀ ਪ੍ਰੋਬਲਮ ਪੇਨ ਜਿਹੜੀ ਹੁੰਦੀ ਹੈਗੀ ਆ ਉਹ ਹੋ ਜਾਂਦੀ ਹੈਗੀ ਆ। ਤੇ ਉਹਦਾ ਤਰੀਕਾ ਸਹੀ ਕਰਨ ਦਾ ਇਹੀ ਹੈਗਾ ਕਿ ਆਪਾਂ ਪੋਸਚਰ ਜਿਹੜਾ ਹੈਗਾ ਆਪਣਾ ਸਿੱਧਾ ਰੱਖੀਏ, ਤੇ ਉਹਦੇ ਨਾਲ ਕਈ ਵਾਰੀ ਇਹ ਪੇਨਸ ਵਗੈਰਾ ਜਿਹੜੀਆਂ ਹੁੰਦੀਆਂ ਨੇ ਬੈਕ ਪੇਨ ਜਾਂ ਮੋਢੇ ਦੀਆਂ ਪੇਨ ਠੀਕ ਹੋ ਸਕਦੀਆਂ। ਜੀ ਬਿਲਕੁਲ ਸਰ, ਇੱਕ ਦਰਸ਼ਕ ਸਾਨੂੰ ਇਸ ਵਕਤ ਕੁਐਸਚਨ ਪੁੱਟ ਕਰ ਰਹੇ ਨੇ ਕਿ ਤੁਸੀਂ ਲਾਸਟ ਟਾਈਮ ਪੁੱਛਿਆ ਸੀ ਕਿ ਜਿਹੜੇ ਤੁਸੀਂ ਇਸ ਦੇ ਬਾਰੇ ਜਾਣਕਾਰੀ ਦਿੱਤੀ ਸੀ ਕਿ ਜਿਹੜੇ ਟਰੱਕ ਡਰਾਈਵਰਸ ਨੇ ਉਹਨਾਂ ਨੂੰ ਵੈਕਸੀਨੇਸ਼ਨ ਲੈਣ ਤੋਂ ਪਹਿਲਾਂ ਕੁਆਰੰਟਾਈਨ ਕਰਨਾ ਜ਼ਰੂਰੀ ਹੈ। ਨਹੀਂ, ਮੈਂ ਬਿਲਕੁਲ ਆਪਾਂ ਗੱਲ ਕੀਤੀ ਸੀਗੀ, ਮੈਂ ਪੁੱਛਿਆ ਸੀਗਾ ਜਦੋਂ ਮੈਂ ਵੋਲੰਟੀਅਰ ਕੀਤਾ ਸੀਗਾ ਵੈਕਸੀਨ ਲਗਾਉਣ ਦੇ ਵਿੱਚ, ਵੈਕਸੀਨ ਸਾਈਟ ਬ੍ਰੈਂਪਟਨ ਸੌਕਰ ਸੈਂਟਰ ਦੇ ਵਿੱਚ, ਤੇ ਮੈਂ ਕੁਐਸਚਨ ਪੁੱਛਿਆ ਸੀਗਾ ਤੇ ਉਹਨਾਂ ਨੂੰ ਕੋਈ ਕੁਆਰੰਟਾਈਨ ਕਰਨਾ ਜ਼ਰੂਰੀ ਨਹੀਂ ਹੈਗਾ। ਜਿਹੜੇ ਟਰੱਕ ਡਰਾਈਵਰ ਵੀਰ ਭੈਣਾਂ ਜਿਹੜੇ US ਨੂੰ ਜਾਂਦੇ ਹੈਗੇ ਨੇ ਜਾਂ ਫਿਰ ਜਿਹੜੇ ਬਾਰਡਰ ਸਿਕਿਉਰਿਟੀ ਏਜੰਸੀ ਵਿੱਚ ਕੰਮ ਕਰਦੇ ਹੈਗੇ ਨੇ, CBSA ਵਿੱਚ ਕੰਮ ਕਰਦੇ ਹੈਗੇ ਨੇ, ਉਹਨਾਂ ਨੂੰ ਕੋਈ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੈਗੀ ਹੈ। ਵੈਕਸੀਨ ਸੈਂਟਰ ਤੁਸੀਂ ਜਾ ਕੇ ਕਹਿ ਸਕਦੇ ਹੋ ਕਿ ਮੈਂ ਐਗਜ਼ੈਂਪਟ ਹੈਗਾ, ਮੈਨੂੰ ਕੁਆਰੰਟਾਈਨ ਦੀ ਜ਼ਰੂਰਤ ਨਹੀਂ ਹੈਗੀ ਹੈ ਕਿਉਂਕਿ ਮੈਂ US ਤੋਂ ਸਿਰਫ ਟਰੱਕ ਚਲਾਉਂਦਾ, ਹੋਰ ਵੈਸੇ ਨਹੀਂ ਆਉਂਦਾ ਜਾਂਦਾ ਹੈਗਾ। ਉਹ ਵੈਕਸੀਨ ਆਫ ਕੋਰਸ ਲਗਵਾ ਸਕਦੇ ਹੈਗੇ ਨੇ। ਜੇ ਉੱਥੇ ਫਰੰਟ ਤੇ ਜਿਹੜੇ ਕਈ ਵਾਰੀ ਸਿਕਿਉਰਿਟੀ ਜਿਹੜੇ ਹੁੰਦੇ ਹੈਗੇ ਨੇ, ਸਿਕਿਉਰਿਟੀ ਦੇ ਲੋਕ ਜਿਹੜਾ ਪੁੱਛਦੇ ਹੈਗੇ ਨੇ, ਉਹਨਾਂ ਨੂੰ ਕਈ ਵਾਰੀ ਪੂਰਾ ਪਤਾ ਨਾ ਹੋਵੇ, ਉੱਥੇ ਦੇ ਮੈਨੇਜਰਸ ਨੂੰ ਕਲੀਅਰ ਹਦਾਇਤਾਂ ਹੈਗੀਆਂ ਨੇ ਕਿ ਜਿਹੜੇ ਲੋਕ ਟਰੱਕ ਚਲਾ ਰਹੇ ਹੈਗੇ ਨੇ US ਤੋਂ, ਉਹਨਾਂ ਨੂੰ ਕੋਈ ਕੁਆਰੰਟਾਈਨ ਕਰਨ ਦੀ ਜ਼ਰੂਰਤ ਨਹੀਂ 14 ਦਿਨ, ਉਸ ਤੋਂ ਪਹਿਲਾਂ ਹੀ ਵੈਕਸੀਨ ਜਦੋਂ ਉਹਨਾਂ ਦਾ ਨੰਬਰ ਆਉਂਦਾ ਅਪਾਇੰਟਮੈਂਟ ਹੁੰਦੀ ਲਗਾ ਸਕਦੇ। ਜੀ ਬਿਲਕੁਲ। ਨੈਕਸਟ ਕਾਲਰ ਜੁੜ ਗਏ ਨੇ, ਉਹਨਾਂ ਦੀ ਕਾਲ ਲੈ ਲਈਏ, ਫਿਰ ਬਾਕੀਆਂ ਦੇ ਵੀ ਆਪਾਂ ਸਵਾਲਾਂ ਦੇ ਕੀ ਕਰਕੇ ਜਵਾਬ ਦੇਣੇ ਜਿਹੜੇ ਆਏ ਹੋਏ ਨੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ ਤੁਹਾਡਾ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਨਾ ਬ੍ਰੈਂਪਟਨ ਦੀ ਗੱਲ ਕਰ ਰਹੀ ਹਾਂ ਤੇ ਮੇਰਾ ਬੇਟਾ ਆ ਨਾ, ਉਹ 10 ਈਅਰ 올ਡ ਆ, ਜਿੱਦਾਂ 6-7 ਮਹੀਨੇ ਹੋ ਗਏ ਉਹ ਕੰਪਲੇਂਟ ਕਰਦਾ ਜਿੱਦਾਂ ਜੁਆਇੰਟ ਪੇਨ ਦੀ, ਤੇ ਡਾਕਟਰ ਨੇ ਜਿੱਦਾਂ ਪਹਿਲਾਂ ਤਾਂ ਡਾਕਟਰ ਕਹਿੰਦਾ ਸੀਗਾ ਵੀ ਆਇਰਨ ਤੇ ਹੋਮੋਗਲੋਬਿਨ ਘੱਟ ਆ ਉਹਦਾ, ਉਹਦੇ ਕਰਕੇ ਆ ਹਨਾ। ਫਿਰ ਉਹਦਾ ਆਰਥਰਾਈਟਸ ਵੀ ਚੈੱਕ ਕੀਤਾ, ਜਿੱਦਾਂ ਉਹ ਵੀ ਠੀਕ ਆ। ਹੁਣ ਡਾਕਟਰ ਕਹਿੰਦੇ ਵੀ ਮੇਬੀ ਬੋਲ ਇਨਫਲੇਮੇਸ਼ਨ ਕਰਕੇ ਉਹਦੇ ਜੋੜ ਦੁਖਦੇ ਆ, ਇਹ ਵੀ ਹੋ ਸਕਦਾ ਇੱਕ ਕਾਰਨ ਉਹਦਾ। ਜੀ 1 ਮਿੰਟ ਲਈ ਤੁਸੀਂ ਹੋਲਡ ਕਰਿਓ। ਜੀ ਸਰ, ਤੁਸੀਂ ਇਸ ਦੇ ਬਾਰੇ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ, ਜਨਰਲ ਆਨਸਰ ਦੇ ਠੀਕ ਹੈ ਜੀ, ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ। ਕਾਲ ਕਰਨ ਲਈ ਤੁਹਾਡਾ ਸ਼ੁਕਰੀਆ। ਨੈਕਸਟ ਕਾਲਰ ਜੁੜ ਗਏ ਨੇ ਜੀ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਸਵਾਲ ਹੈ? ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕੁਐਸਚਨ ਹੈ ਮੈਂ ਤੁਹਾਡਾ? ਬ੍ਰੈਂਪਟਨ ਤੋਂ ਬੋਲਦੀ। ਮੈਂ ਇੱਦਾਂ ਪੁੱਛਣਾ ਸੀ, ਮੈਂ ਵੈਕਸੀਨ ਦਾ ਟੀਕਾ 15 ਤਰੀਕ ਨੂੰ ਲਿਆ ਸੀਗਾ, ਜਿੱਦਾਂ ਮੇਰੇ ਨਾ ਇਹਦਾ DG ਜਿਹਾ ਫੀਲ 1-2 ਵਾਰੀ ਹੋਇਆ, ਜਿੱਦਾਂ ਵਾਇਲੈਂਸ ਜਿਹਾ, ਜਿੱਦਾਂ ਇੱਦਾਂ ਹੁੰਦਾ ਜਿੱਦਾਂ ਅਨਕੰਟਰੋਲ ਜਿਹਾ 1-2 ਵਾਰੀ ਹੋਇਆ, ਪਰ ਉੱਦਾਂ ਤਾਂ ਹੁਣ ਥੋੜਾ ਜਿਹਾ ਅੱਜ ਠੀਕ ਹੈ। ਵੀ ਇਹ ਵੈਕਸੀਨ ਕਰਕੇ ਇੱਦਾਂ ਹੋਇਆ ਹੋਊਗਾ? ਕੀ ਤੁਹਾਨੂੰ ਚੱਕਰ ਵਗੈਰਾ ਆਉਂਦੇ ਆ, ਕੀ ਪ੍ਰੋਬਲਮ ਹੁੰਦੀ ਹੈ? ਹਾਂਜੀ, DG ਜਿਹਾ ਫੀਲ ਹੁੰਦਾ ਸੀਗਾ। ਹਾਂਜੀ ਠੀਕ ਹੈ ਜੀ, ਡੀਜ਼ੀ ਫੀਲ ਹੁੰਦਾ ਸਰ, ਇਹਨਾਂ ਨੂੰ ਵੈਕਸੀਨ ਲੈਣ ਤੋਂ ਬਾਅਦ 2-3 ਵਾਰੀ ਹੋਇਆ, ਸੋ ਇਹਦੇ ਬਾਰੇ ਪੁੱਛਣਾ ਚਾਹੁੰਦੇ ਨੇ। ਪਹਿਲਾਂ ਵੀ ਕਦੇ ਹੋਇਆ ਹੋਵੇਗਾ? ਵੈਕਸੀਨ ਤੋਂ ਪਹਿਲਾਂ ਵੀ ਕਦੇ ਹੋਇਆ? ਵੈਕਸੀਨ ਤੋਂ ਪਹਿਲਾਂ ਤੁਹਾਨੂੰ ਪਹਿਲਾਂ ਵੈਕਸੀਨ ਲੈਣ ਤੋਂ ਪਹਿਲਾਂ ਕਦੇ ਹੋਇਆ? ਨਹੀਂ, ਇੰਨਾ ਨਹੀਂ ਹੋਇਆ ਹੈਗਾ। ਨਹੀਂ ਸਰ, ਏਦਾਂ ਨਹੀਂ ਹੋਇਆ ਕਹਿੰਦੇ ਜੀ। ਤੁਸੀਂ ਟੀਵੀ ਤੇ ਆਨਸਰ ਸੁਣ ਲਿਓ ਜੀ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ ਜੀ ਸਰ। ਇਸ ਤੋਂ ਬਾਅਦ ਮਿਸਟਰ ਬਰਾੜ ਦੀ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਉਹਨਾਂ ਦੀ ਬੇਟੀ ਦੀ ਉਮਰ 28 ਸਾਲ ਹੈ, ਉਹਨਾਂ ਦਾ BP ਕਾਫੀ ਹਾਈ ਰਹਿੰਦਾ ਹੈ ਤੇ weight ਵੀ ਘੱਟ ਹੈ, 50 kg ਦੇ ਅਰਾਊਂਡ weight ਹੈ ਤੇ 173 ਤੇ 105 ਉਹਨਾਂ ਦਾ BP ਰਹਿੰਦਾ ਹੈ। ਜੀ ਬਹੁਤ ਜ਼ਿਆਦਾ ਹੈਗਾ ਬਲੱਡ ਪ੍ਰੈਸ਼ਰ, ਇਸ ਲਈ ਪੁੱਛਿਆ ਸੀਗਾ। ਤੇ ਫਿਰ ਜ਼ਰੂਰੀ ਹੈਗਾ ਇਹਦੀ ਤਹਿ ਤੱਕ ਪਹੁੰਚਣਾ ਕੀ ਕਾਰਨ ਹੈਗੇ ਨੇ BP ਇੰਨੀ ਘੱਟ ਏਜ ਤੇ 28 ਸਾਲ ਦੀ ਉਮਰ ਤੇ weight ਐਵੇਂ ਨਹੀਂ ਹੈਗਾ ਕਿ ਕੋਈ ਜ਼ਿਆਦਾ, ਬਲਕਿ ਬਿਲਕੁਲ ਨਾਰਮਲ ਹੈਗਾ weight ਤਾਂ। ਤੇ ਉਹਦੇ ਕਾਰਨ ਜਿਹੜੇ ਹੁੰਦੇ ਨੇ, ਕੁਝ ਹਾਰਮੋਨਸ ਦੇ ਕਾਰਨ ਹੋ ਸਕਦੇ ਨੇ ਤੇ ਜਾਂ ਫਿਰ ਕਿਡਨੀ ਦੇ ਕਾਰਨ ਹੋ ਸਕਦੇ ਹੈਗੇ ਨੇ। ਤੇ ਉਹਨਾਂ ਨੇ ਕਿਹਾ ਹੈਗਾ ਕਿ ਕਿਡਨੀ ਦਾ ਟੈਸਟ ਕਰਾਇਆ ਹੈਗਾ ਉਹਨਾਂ ਨੇ, ਉਹਦੇ ਵਿੱਚ ਕਾਰਨ ਪਤਾ ਲੱਗ ਸਕਦਾ ਹੈ। ਜਾਂ ਫਿਰ ਕੁਝ ਹਾਰਮੋਨ ਹੁੰਦੇ ਨੇ ਜੋ ਹੋਰ ਟੈਸਟ ਉਹ ਕਰਾ ਸਕਦੇ ਹੈਗੇ ਨੇ ਆਪਣੇ ਫੈਮਿਲੀ ਡਾਕਟਰ ਨੂੰ ਪੁੱਛ ਕੇ, ਜਾਂ ਫਿਰ ਸਪੈਸ਼ਲਿਸਟ ਜਿਹੜੇ ਹੁੰਦੇ ਹੈਗੇ ਨੇ ਹਾਰਮੋਨਸ ਦੇ, ਉਹਨਾਂ ਨੂੰ ਦਿਖਾ ਕੇ ਟੈਸਟ ਕਰਾ ਸਕਦੇ ਹੈਗੇ ਨੇ ਕਿ ਇੰਨੀ ਘੱਟ ਏਜ ਤੇ ਇੰਨਾ ਜ਼ਿਆਦਾ ਬਲੱਡ ਪ੍ਰੈਸ਼ਰ ਹੋਣਾ ਬਹੁਤ ਖਤਰੇ ਵਾਲੀ ਗੱਲ ਹੈ। ਤੇ ਆਪਾਂ ਬਲੱਡ ਪ੍ਰੈਸ਼ਰ ਦੀ ਜੇ ਗੱਲ ਕਰ ਲਈਏ ਤਰਨਜੀਤ ਜੀ, ਤੇ ਜਿਵੇਂ ਸਾਡੀ ਉਮਰ ਵੱਧਦੀ ਹੈਗੀ ਹੈ ਤੇ ਬਲੱਡ ਪ੍ਰੈਸ਼ਰ ਦੀ ਬਿਮਾਰੀ ਵੱਧਦੀ ਹੈਗੀ ਆ,
ਤੇ ਕਿਉਂਕਿ ਆਪਣੀਆਂ ਜਿਹੜੀਆਂ ਬਲੱਡ ਵੈਸਲਸ ਹੁੰਦੀਆਂ ਨੇ, ਜਿਹੜੀਆਂ ਖੂਨ ਸਪਲਾਈ ਕਰ ਰਹੀਆਂ ਹੁੰਦੀਆਂ ਨੇ, ਉਹ ਇੱਕ ਤਰ੍ਹਾਂ ਨਾਲ ਬਹੁਤ ਸਟਿਫ ਹੋ ਜਾਂਦੀਆਂ ਨੇ ਤੇ ਉਹਦੇ ਕਰਕੇ ਬਲੱਡ ਪ੍ਰੈਸ਼ਰ ਵੱਧ ਜਾਂਦਾ ਹੈ। ਉਹਨਾਂ ਵਿੱਚ ਜੇ ਆਪਾਂ ਗੱਲ ਕਰੀਏ ਤਾਂ 50 60 70 ਸਾਲ ਦੀ ਉਮਰ ਤੇ ਹੁੰਦਾ ਹੈਗਾ। ਅਫਕੋਰਸ ਉਦੋਂ ਆਪਾਂ ਕੋਸ਼ਿਸ਼ ਕਰ ਸਕਦੇ ਹਾਂ ਕਿ ਕੰਟਰੋਲ ਹੋ ਜਾਵੇ, ਪਰ ਐਵੇਂ ਨਹੀਂ ਹੁੰਦਾ ਕਿ ਕਿਉਰ ਹੋ ਜਾਵੇ ਵੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਚਲੀ ਜਾਵੇ। ਪਰ ਜਦੋਂ 28 ਸਾਲ ਦੀ ਉਮਰ ਤੇ ਬਲੱਡ ਪ੍ਰੈਸ਼ਰ ਇੰਨਾ ਜ਼ਿਆਦਾ ਵੱਧ ਰਿਹਾ ਹੈਗਾ, ਮਤਲਬ ਉਹਦਾ ਕੋਈ ਕਾਰਨ ਹੈਗਾ। ਤੇ ਕਾਰਨ ਕਈ ਵਾਰੀ ਜਦੋਂ ਆਪਾਂ ਲੱਭ ਲਈਏ ਤੇ ਉਹਦੀ ਟ੍ਰੀਟਮੈਂਟ ਨਾਲ ਉਹ ਬਲੱਡ ਪ੍ਰੈਸ਼ਰ ਕਿਉਰ ਵੀ ਹੋ ਸਕਦਾ ਹੈਗਾ। ਜੇ ਕੋਈ ਹਾਰਮੋਨ ਲੱਭ ਲਈਏ ਜਿਹਦੇ ਕਾਰਨ ਐਵੇਂ ਹੋ ਰਿਹਾ ਤੇ ਉਹ ਹਾਰਮੋਨ ਨੂੰ ਆਪਾਂ ਠੀਕ ਕਰ ਦਈਏ ਤਾਂ ਕਈ ਵਾਰੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਜਿਹੜੀ ਬਿਲਕੁਲ ਖਤਮ ਹੋ ਜਾਂਦੀ ਹੈ। ਫਿਰ ਸਾਰੀ ਉਮਰ ਦਵਾਈ ਲੈਣ ਦੀ ਬਲੱਡ ਪ੍ਰੈਸ਼ਰ ਦੀ ਲੋੜ ਨਹੀਂ ਪੈਂਦੀ ਤੇ ਇੰਨੀ ਘੱਟ ਉਮਰ ਤੇ ਇੰਨਾ ਜ਼ਿਆਦਾ ਬਲੱਡ ਪ੍ਰੈਸ਼ਰ ਹੋ ਰਿਹਾ। ਜੀ, ਉਸ ਤੋਂ ਬਾਅਦ ਸਰ ਕਾਲ ਆਈ ਸੀ ਬ੍ਰੈਂਪਟਨ ਤੋਂ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੀ ਵਾਈਫ ਨੂੰ ਡਾਇਬੀਟੀਜ਼ ਦੀ ਪ੍ਰੋਬਲਮ ਹੈ, ਸ਼ੂਗਰ ਹੈ, ਕੀ ਉਹ ਕਰੋਨਾ ਵਾਇਰਸ ਦਾ ਇੰਜੈਕਸ਼ਨ ਲੈ ਸਕਦੇ ਨੇ? ਆਈ ਥਿੰਕ ਤੁਹਾਡੇ ਪੇਸ਼ੈਂਟ ਨੇ 78 ਉਹਨਾਂ ਦੀ ਉਮਰ ਹੈ। ਜੀ, ਸੋ ਦੋਨੋਂ ਹੀ ਬਹੁਤ ਜ਼ਿਆਦਾ ਰਿਸਕ ਵਾਲੀਆਂ ਚੀਜ਼ਾਂ ਹੈਗੀਆਂ ਨੇ ਵਾਇਰਸ ਵਾਸਤੇ। ਖਤਰਾ ਜਿਹੜਾ ਹੈਗਾ ਵਾਇਰਸ ਦੇ ਨਾਲ ਉਮਰ ਦੇ ਨਾਲ ਵੱਧਦਾ ਹੈ, ਤੇ ਜਾਂ ਸ਼ੂਗਰ ਹੋਵੇ ਜਾਂ ਬਲੱਡ ਪ੍ਰੈਸ਼ਰ ਹੋਵੇ ਜਾਂ ਮੋਟਾਪਾ ਜ਼ਿਆਦਾ ਹੋਵੇ, ਇਹ ਵੀ ਬਹੁਤ ਜ਼ਿਆਦਾ ਖਤਰਾ ਵਧਾਉਂਦਾ ਹੈਗਾ ਵਾਇਰਸ ਦਾ ਕਿ ਬਹੁਤ ਜ਼ਿਆਦਾ ਸਿਵੀਅਰ ਹੋ ਜਾਏਗਾ, ਹਸਪੀਟਲ ਪਹੁੰਚ ਜਾਓਗੇ। ਤੇ ਜਿਹੜਾ ਫਾਇਦਾ ਹੈਗਾ ਵੈਕਸੀਨ ਦਾ ਉਹ ਵੀ ਬਹੁਤ ਜ਼ਿਆਦਾ ਹੋ ਜਾਂਦਾ ਹੈਗਾ। ਫਾਇਦਾ ਜਿਹੜਾ ਹੈਗਾ ਪ੍ਰੀਵੈਂਸ਼ਨ ਦਾ, ਪ੍ਰੋਟੈਕਸ਼ਨ ਦਾ, ਵੈਕਸੀਨ ਦਾ, ਉਹ ਬਹੁਤ ਜ਼ਿਆਦਾ ਹੈਗਾ ਉਮਰ ਦੇ ਨਾਲ ਵੀ ਤੇ ਸ਼ੂਗਰ ਦੀ ਬਿਮਾਰੀ, ਹੋਰ ਬਿਮਾਰੀਆਂ ਦੇ ਨਾਲ ਵੀ। ਇਸ ਲਈ ਆਫਕੋਰਸ ਬੇਝਿਜਕ ਵੈਕਸੀਨ ਲੈਣੀ ਚਾਹੀਦੀ ਹੈ। ਜਿੰਨੀ ਜਲਦੀ ਤੋਂ ਜਲਦੀ ਅਪਾਇੰਟਮੈਂਟ ਬਣਾਓ। ਜੇ 78 ਸਾਲ ਦੇ ਹੈਗੇ ਹਾਲੇ ਤੱਕ ਵੇਟ ਕਿਉਂ ਕਰ ਰਹੇ ਸੀਗੇ? ਤੁਸੀਂ ਮਾਰਚ 'ਚ ਹੀ ਲਗਾ ਲੈਣੀ ਚਾਹੀਦੀ ਸੀਗੀ ਜਦੋਂ ਖੁੱਲੇ ਸੀਗੇ 75 ਸਾਲ ਤੋਂ ਉੱਪਰ ਵਾਲਿਆਂ ਦੇ ਵਾਸਤੇ ਵੈਕਸੀਨ। ਤੇ ਅੱਜ ਵੀ ਤੁਸੀਂ ਜਲਦੀ ਤੋਂ ਜਲਦੀ ਅਪਾਇੰਟਮੈਂਟ ਬਣਾ ਕੇ ਆਪਣਾ ਵੈਕਸੀਨ ਜ਼ਰੂਰ ਲਗਵਾਉਣਾ ਹੈਗਾ। ਆਪਾਂ ਇਹ ਨਹੀਂ ਸੋਚਣਾ ਕਿ ਮੈਨੂੰ ਇਹ ਬਿਮਾਰੀ ਹੈਗੀ ਹੈ। ਜੇ ਬਿਮਾਰੀ ਹੈਗੀ ਹੈ ਤਾਂ ਉਸ ਤੋਂ ਸਗੋਂ ਬਚਾਅ ਕਰਨ ਵਾਸਤੇ ਵਾਇਰਸ ਤੋਂ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿ ਆਪਾਂ ਵੈਕਸੀਨ ਜਲਦੀ ਤੋਂ ਜਲਦੀ ਲਗਵਾ ਸਕੀਏ। ਸਾਈਡ ਇਫੈਕਟ ਜੇ ਆਪਾਂ ਕਹਿੰਦੇ ਹੈਗੇ ਆ ਮੈਨੂੰ ਸਾਈਡ ਇਫੈਕਟ ਹੋ ਜਾਣਗੇ, ਤਾਂ ਐਵੇਂ ਨਹੀਂ ਹੁੰਦਾ। ਵੈਕਸੀਨ ਦਾ ਜਿਹੜਾ ਆਪਾਂ 1-2 ਦਿਨਾਂ ਵਿੱਚ ਕਈ ਲੋਕਾਂ ਨੂੰ ਹਲਕਾ ਜਿਹਾ ਬੁਖਾਰ ਹੋ ਜਾਂਦਾ ਹੈ, ਸਿਰ ਦਰਦ ਹੁੰਦਾ, ਉਹ ਜਿਵੇਂ ਹੋਰ ਕਿਸੇ ਨੂੰ ਹੋਣਾ ਉਵੇਂ ਹੀ ਤੁਹਾਨੂੰ ਹੋਣਾ ਹੈ। ਪਰ ਜਿਹੜੀ ਪ੍ਰੋਟੈਕਸ਼ਨ ਹੈਗੀ ਆ ਉਹ ਤੁਹਾਨੂੰ ਜ਼ਿਆਦਾ ਹੋਣੀ ਹੈਗੀ ਹੈ, ਫਾਇਦਾ ਜ਼ਿਆਦਾ ਹੋਣਾ। ਤੇ ਇਸ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਆਪਾਂ ਵੈਕਸੀਨ ਜ਼ਰੂਰ ਲਗਵਾਈਏ। ਮੈਂ ਅਗਲੀ ਵਾਰੀ ਆਣਗੇ ਤਾਂ ਮੈਂ ਪੁੱਛਾਂਗਾ ਕਿ ਲਗਵਾਇਆ ਕਿ ਨਹੀਂ ਲਗਵਾਇਆ। ਜੀ, ਨੈਕਸਟ ਬ੍ਰੈਂਪਟਨ ਤੋਂ ਕਾਲ ਆਈ ਸੀ। ਉਹਨਾਂ ਨੇ ਕਿਹਾ ਸੀ ਕਿ ਉਹਨਾਂ ਦੇ 10 ਸਾਲ ਦੇ ਬੇਟੇ ਨੂੰ 6-7 ਮਹੀਨਿਆਂ ਤੋਂ ਜੁਆਇੰਟ ਪੇਨ ਦੀ ਪ੍ਰੋਬਲਮ ਜਿਹੜੀ ਹੋ ਰਹੀ ਹੈ। ਆਇਰਨ ਦੀ ਪਹਿਲਾਂ ਕਹਿ ਰਹੇ ਸੀ ਡੈਫੀਸ਼ੀਐਂਸੀ ਹੋ ਸਕਦੀ ਹੈ ਜਾਂ ਫਿਰ ਹੀਮੋਗਲੋਬਿਨ ਦੀ ਕਮੀ ਹੋ ਸਕਦੀ ਹੈ, ਤੇ ਹੁਣ ਕਹਿ ਰਹੇ ਨੇ ਕਿ ਬਲ ਇਨਫੈਕਸ਼ਨ ਦੇ ਕਰਕੇ ਵੀ ਸ਼ਾਇਦ ਇਹ ਹੋ ਸਕਦਾ ਆ। ਜੀ, ਸੋ ਇੰਨੀ ਘੱਟ ਉਮਰ ਤੇ ਮੈਂ ਅਡਲਟਸ ਦਾ ਸਪੈਸ਼ਲਿਸਟ ਹੈਗਾ, ਸੋ ਮੈਂ ਜ਼ਿਆਦਾ ਮੈਂ ਨਹੀਂ ਕਹਿ ਸਕਾਂਗਾ। ਪਰ ਵੈਸੇ ਵੀ ਉਹ ਮੈਨੂੰ ਲੱਗਦਾ ਹੈ ਕਿ ਉਹਦਾ ਇਲਾਜ, ਉਹਦੀ ਡਾਇਗਨੋਸਿਸ ਕਰਾਉਣ ਦੀ ਕੋਸ਼ਿਸ਼ ਕਰ ਰਹੇ ਹੈਗੇ ਨੇ ਪਤਾ ਕਰਨ ਵਾਸਤੇ। ਪਰ ਜੇ ਜੁਆਇੰਟਸ ਦੀ ਪ੍ਰੋਬਲਮ ਹੋ ਰਹੀ ਹੈ ਇੰਨੀ ਘੱਟ ਉਮਰ ਤੇ ਆਫਕੋਰਸ ਕੋਈ ਪ੍ਰੋਬਲਮ ਹੈਗੀ ਹੈ। ਕਈ ਵਾਰੀ ਜਿਹੜੀਆਂ ਇਮਿਊਨ ਸਿਸਟਮ ਦੀਆਂ ਪ੍ਰੋਬਲਮ ਹੁੰਦੀਆਂ ਹੈਗੀਆਂ ਨੇ, ਜਿਹਨੂੰ ਆਪਾਂ ਆਟੋ ਇਮਿਊਨ ਡਿਜ਼ੀਜ਼ਸ ਕਹਿੰਦੇ ਹੈਗੇ ਆ। ਮੈਂ ਨਹੀਂ ਕਹਿਣਾ ਚਾਹੁੰਦਾ ਕਿ ਉਹਨਾਂ ਨੂੰ ਹੋ ਗਈ ਹੈਗੀ ਆ, ਪਰ ਐਸੇ ਉਮਰ ਤੇ ਹੀ ਸ਼ੁਰੂ ਹੁੰਦੀਆਂ ਹੈਗੀਆਂ ਨੇ ਇਮਿਊਨ ਦੀਆਂ ਪ੍ਰੋਬਲਮ ਜਿਹੜੀਆਂ ਹੈਗੀਆਂ ਨੇ, ਜਿਨ੍ਹਾਂ ਕਰਕੇ ਜੁਆਇੰਟਸ ਦੀ, ਜੋੜਾਂ ਦੀ ਪ੍ਰੋਬਲਮ ਜਿਹੜੀ ਹੈਗੀ ਆ ਹੋ ਜਾਂਦੀ ਆ। ਇੱਕ ਤਰ੍ਹਾਂ ਦਾ ਆਰਥਰਾਈਟਿਸ ਹੁੰਦਾ, ਜਿਵੇਂ ਕਿ ਆਪਾਂ ਕਹਿ ਲਈਏ ਰੂਮੇਟੋਇਡ ਆਰਥਰਾਈਟਿਸ ਜਿਹਨੂੰ ਕਹਿੰਦੇ ਹੈਗੇ ਆ, ਤੇ ਉਹ ਆਟੋ ਇਮਿਊਨ ਹੁੰਦਾ, ਮਤਲਬ ਆਪਣੀ ਇਮਿਊਨ ਸਿਸਟਮ ਹੀ ਜੋੜਾਂ ਨੂੰ ਨੁਕਸਾਨ ਪਹੁੰਚਾਉਂਦਾ ਹੈਗਾ। ਉਹ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਜੋੜਾਂ ਦੀ ਇਮਿਊਨ ਦੀਆਂ ਪ੍ਰੋਬਲਮ ਐਸੇ ਉਮਰ ਤੇ ਹੀ 10, 11, 12, 13 ਸਾਲ ਵਿੱਚ ਹੀ ਸ਼ੁਰੂ ਹੁੰਦੀਆਂ ਹੈਗੀਆਂ ਨੇ। ਤੇ ਇਸ ਲਈ ਟੈਸਟ ਕਰਾ ਕੇ ਪਤਾ ਕਰ ਸਕਦੇ ਹੈਗੇ ਆ ਕਿ ਉਹ ਤਾਂ ਨਹੀਂ ਹੈਗਾ, ਐਵੇਂ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਆ, ਤੇ ਜ਼ਰੂਰੀ ਹੈਗਾ ਪਤਾ ਕਰੀਏ। ਜੀ ਸਰ, ਇਸ ਤੋਂ ਬਾਅਦ ਬਾਕੀ ਇੱਕ ਸਵਾਲ ਰਹਿ ਗਿਆ, ਉਹਦਾ ਵੀ ਜਵਾਬ ਦੇਵਾਂਗੇ। ਪਹਿਲਾਂ ਕਾਲਰਸ ਜੁੜ ਗਏ ਨੇ, ਉਹਨਾਂ ਦੀਆਂ ਕਾਲਸ ਅਸੀਂ ਲੈ ਲਈਏ ਇੱਕ ਇੱਕ ਕਰਕੇ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ ਤੇ ਕੀ ਸਵਾਲ ਹੈ? ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਬ੍ਰੈਂਪਟਨ ਤੋਂ ਬੋਲਦਾ ਜੀ। ਮੈਨੂੰ ਜੀ ਕੋਵਿਡ ਹੋ ਗਿਆ ਸੀਗਾ। ਓਕੇ। ਪਰ ਮੈਨੂੰ ਦੋ ਪਹਿਲਾਂ ਤਾਪ ਚੜਿਆ 2 ਦਿਨ, ਤਾਪ ਤੋਂ ਫਿਰ ਮੈਂ ਬਾਅਦ ਟੀਕਾ ਲਵਾਇਆ। ਠੀਕ ਹੈ ਜੀ। ਉਹ ਟੀਕਾ ਅਸਰ ਕਰੂਗਾ ਕਿ ਜਾਂ ਉਹ ਹੁਣ ਦੁਬਾਰੇ ਹੋਰ ਲਵਾਉਣਾ ਪਊਗਾ? ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਕੋਵਿਡ ਹੋ ਗਿਆ ਸੀ, ਤੁਸੀਂ ਕੋਵਿਡ ਦੇ ਦੌਰਾਨ ਹੀ ਇੰਜੈਕਸ਼ਨ ਲਗਵਾ ਲਿਆ? ਹਾਂ, ਵਿੱਚ ਹੀ ਮੈਂ ਲਵਾ ਲਿਆ ਟੀਕਾ ਜੀ। 1 ਮਿੰਟ ਲਈ ਹੋਲਡ ਕਰੋ। ਡਾਕਟਰ ਬਜਾਜ, ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ, ਐਵੇਂ ਕਿਵੇਂ ਲਗਵਾ ਲਿਆ ਤੁਸੀਂ? ਕੋਵਿਡ ਦੀ ਸਾਈਟ ਤੇ ਕਿਵੇਂ ਗਏ? ਉੱਥੇ ਥੋੜੀ ਜਾਣਾ ਸੀਗਾ ਫਿਰ। ਆਪਾਂ ਟੀਵੀ ਸਕਰੀਨ ਤੇ ਇਹਨਾਂ ਨੂੰ ਆਂਸਰ ਦਈਏ ਜਾਂ ਕੁਝ ਪੁੱਛਣਾ ਚਾਹੁੰਦੇ ਹੋ ਤੁਸੀਂ?
ਤੇ ਤੁਸੀਂ ਬੁਖਾਰ ਵਿੱਚ ਉੱਥੇ ਕਿੱਥੇ ਲਗਾ ਜਾ ਸਰ ਕੇ? ਤੁਸੀਂ ਜਦੋਂ ਤੁਸੀਂ ਕੋਵਿਡ ਵਾਲੀ ਥਾਂ ਤੇ ਤੁਸੀਂ ਉੱਥੇ ਟੀਕਾ ਲਗਵਾਉਣ ਗਏ ਹੋ, ਉਹਨਾਂ ਨੇ ਤੁਹਾਨੂੰ ਕੁਝ ਪੁੱਛਿਆ ਹੋਣਾ, ਕੋਈ ਸਿੰਪਟਮ ਪੁੱਛੇ ਹੋਣੇ ਆ? ਹਾਂਜੀ, ਮੈਂ ਮੈਨੂੰ ਪੁੱਛਿਆ ਵੀ ਤੁਹਾਡਾ ਕੀ ਆ, ਮੈਂ ਕਿਹਾ ਜੀ ਮੇਰੇ ਮਾੜੇ ਹੱਡ ਪੈਰ ਦੁਖਦੇ ਆ ਬਸ। ਤੇ ਤੁਸੀਂ ਇਹ ਨਹੀਂ ਦੱਸਿਆ ਕਿ ਤੁਹਾਨੂੰ ਬੁਖਾਰ ਹੈ ਜਾਂ ਤੁਹਾਨੂੰ ਕਰੋਨਾ ਵਾਇਰਸ ਹੋ ਗਿਆ? ਨਹੀਂ, ਇਹ ਬੁਖਾਰ ਹੈ ਨਹੀਂ ਜੀ, ਮੈਂ ਘਰੋਂ ਰਾਤ ਦਾ ਟੈਂਪਰੇਚਰ ਚੈੱਕ ਕਰਕੇ ਗਿਆ, ਮੇਰਾ ਟੈਂਪਰੇਚਰ 37 ਸੀ। ਤੇ ਉਸ ਤੋਂ ਬਾਅਦ ਕਦੋਂ ਪਤਾ ਲੱਗਿਆ ਤੁਹਾਨੂੰ ਕਿ ਤੁਹਾਨੂੰ ਟੀਕਾ ਲਗਾਉਣ ਤੋਂ ਕਦੋਂ ਪਤਾ ਲੱਗਿਆ? ਸ਼ਾਮ ਜੇ ਨੂੰ ਮੇਰੇ ਜਦੋਂ ਹੱਡ ਪੈਰ ਜਦੋਂ ਹੋਣ ਲੱਗੇ, ਮੇਰੇ ਜਵਾਕ ਕਹਿੰਦੇ ਵੀ ਜੋ ਚੈੱਕ ਕਰਾ ਕੇ ਆ। ਓਕੇ। ਤੇ ਮੈਂ ਜਦੋਂ ਚੈੱਕ ਕਰਾ ਗਿਆ ਤਾਂ ਫਿਰ 2 ਦਿਨਾਂ ਬਾਅਦ ਉਹਦਾ ਰਿਜ਼ਲਟ ਆਇਆ ਤਾਂ ਵੀ ਮੈਂ ਪੋਜ਼ਿਟਿਵ ਨਿਕਲਿਆ। ਓਕੇ। ਤੇ ਉਹ ਮੈਨੂੰ ਟੀਕੇ ਦਾ ਮੈਂ ਪਤਾ ਕਰਦਾ ਜੀ ਉਹ ਮੇਰੇ ਕੰਮ ਕਰੂਗਾ ਜਾਂ ਮੈਨੂੰ ਦੁਬਾਰੇ ਲਾਉਣਾ ਉਹ ਤਾਂ ਤੁਹਾਨੂੰ ਦੱਸਦੇ ਆ ਜੀ। ਤੇ ਤੁਹਾਨੂੰ ਹੁਣ ਤਾਂ ਨਹੀਂ ਕੋਈ ਕੋਵਿਡ ਦਾ ਠੀਕ ਹੋ ਚੁੱਕਿਆ ਹੁਣ ਤੁਸੀਂ? ਹਾਂ, ਮੇਰਾ ਬੱਚਾ ਕਰੈਕਟ 2 ਦਿਨ ਰਹਿੰਦੇ ਆ ਜੀ। ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਕੋਈ ਸਾਹ ਸੂਹ ਨਹੀਂ ਆਉਂਦਾ, ਕੋਈ ਫੀਵਰ ਨਹੀਂਗਾ ਜੀ, ਕੋਈ ਖੰਘ ਨਹੀਂ, ਕੁਝ ਨਹੀਂ। ਠੀਕ ਹੈ ਜੀ। ਤੁਸੀਂ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ। ਕਾਲ ਕਰਨ ਲਈ ਸ਼ੁਕਰੀਆ ਸਰ। ਕਾਲਰ ਇੱਕ ਹੋਰ ਜੁੜ ਗਏ ਨੇ, ਵੈਸੇ ਬਿਲਕੁਲ ਡਿਫਰੈਂਟ ਕੇਸ ਸਾਹਮਣੇ ਆਇਆ। ਸਤਿ ਸ਼੍ਰੀ ਅਕਾਲ ਜੀ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੁੰਦੇ ਹੋ? ਸਤਿ ਸ਼੍ਰੀ ਅਕਾਲ ਜੀ, ਗੁਰਿੰਦਰ ਬੋਲ ਰਹੀ ਹਾਂ ਮੈਂ ਬ੍ਰਾਂਪਟਨ ਤੋਂ। ਆਪਣੇ ਮਦਰ ਦਾ ਪੁੱਛਣਾ ਸੀ ਹੈ ਨਾ, ਉਹਨਾਂ ਦੀ ਸਰਜਰੀ ਹੋਈ ਸੀ 3 ਮਹੀਨੇ ਪਹਿਲਾਂ, ਤੇ ਉਹਨਾਂ ਨੂੰ ਲੱਗਦਾ ਕਿ ਉਸ ਤੋਂ ਬਾਅਦ ਉਹਨਾਂ ਦੀ ਬਲੱਡ ਸ਼ੂਗਰ ਜਿਹੜੀ ਹੈ ਨਾ ਫਾਸਟਿੰਗ 7.6 to 8.4 ਰਹਿੰਦੀ ਹੈ। ਤੇ ਫੈਮਿਲੀ ਡਾਕਟਰ ਨੇ ਕਿਹਾ ਕਿ ਜੈਨੂਮੈਟ 5500 ਡਬਲ ਕਰ ਦਿਓ ਹੈ ਨਾ। ਤੇ ਡਾਕਟਰ ਹਰਪ੍ਰੀਤ ਨੂੰ ਪੁੱਛਣਾ ਸੀਗਾ ਕਿ ਲਾਈਕ ਸਰਜਰੀ ਦਾ ਸਾਈਡ ਇਫੈਕਟ ਹੋਇਆ ਤਾਂ ਉਹਦੀ ਨੀ ਦੀ ਸਰਜਰੀ ਹੋਈ ਸੀਗੀ, ਮਤਲਬ ਕਿ ਸਰਜਰੀ ਦਾ ਸਾਈਡ ਇਫੈਕਟ ਆ। ਉਹਨਾਂ ਦੀ ਮਤਲਬ ਕਿ ਡਾਇਬੈਟਿਕ ਆ ਉਹ 2-3 ਸਾਲ ਤੋਂ ਹੈ ਨਾ ਜਦੋਂ ਡਾਇਗਨੋਸ ਕੀਤੇ ਆ। ਪਰ ਹੁਣ ਲਾਈਕ ਸਰਜਰੀ ਤੋਂ ਬਾਅਦ ਉਹਨਾਂ ਨੂੰ ਇੱਦਾਂ ਲੱਗਦਾ ਕਿ ਮੇਬੀ ਇਹਦੇ ਕਰਕੇ ਸਾਈਡ ਇਫੈਕਟ ਹੋਇਆ, ਮੇਰੀ ਸ਼ੂਗਰ ਵੱਧ ਰਹੀ ਹੈ। ਉਹ ਪੁੱਛਣਾ ਸੀਗਾ ਕਿ ਲਾਈਕ ਪੋਸੀਬਲ ਕਾਜ਼ ਹੋ ਸਕਦਾ ਕਿ ਜੀ। 1 ਮਿੰਟ ਲਈ ਹੋਲਡ ਕਰਿਓ ਡਾਕਟਰ ਬਜਾਜ। ਆਪਾਂ ਟੀਵੀ ਸਕਰੀਨ ਤੇ ਆਨਸਰ ਦਈਏ ਜਾਂ ਕੁਝ ਪੁੱਛਣਾ? ਹਾਂਜੀ ਟੀਵੀ ਜੀ, ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਤੁਸੀਂ। ਕਾਲ ਕਰਨ ਲਈ ਸ਼ੁਕਰੀਆ ਤੁਹਾਡਾ। ਥੈਂਕ ਯੂ ਸਰ। ਬ੍ਰੈਂਪਟਨ ਤੋਂ ਕਾਲ ਆਈ ਸੀ, ਉਹਨਾਂ ਨੇ ਕਿਹਾ ਸੀ ਕਿ 15 ਅਪ੍ਰੈਲ ਨੂੰ ਉਹਨਾਂ ਨੇ ਵੈਕਸੀਨ ਲਗਾਈ ਸੀ ਤੇ ਉਸ ਤੋਂ ਬਾਅਦ ਤੋਂ ਥੋੜਾ ਡੀਜ਼ੀ ਫੀਲ ਕਰਦੇ ਨੇ ਤੇ ਐਵੇਂ ਉਹਨਾਂ ਦਾ ਪਹਿਲਾਂ ਨਹੀਂ ਹੋਇਆ ਹੈਗਾ। ਜੀ ਤਰਨਜੀਤ ਜੀ, ਕਈ ਵਾਰੀ ਆਪਾਂ ਨਾ ਵੈਕਸੀਨ ਲਗਾਉਣ ਤੋਂ ਬਾਅਦ ਜਾਂ ਕਈ ਵਾਰੀ ਆਪਾਂ ਦਵਾਈ ਲੈਣ ਤੋਂ ਬਾਅਦ ਜ਼ਿਆਦਾ ਸੋਚਦੇ ਹੈਗੇ ਆ ਕਿ ਆਪਾਂ ਕਿਵੇਂ ਫੀਲ ਕਰ ਰਹੇ ਹੈਗੇ ਆ, ਜ਼ਿਆਦਾ ਧਿਆਨ ਦਿੰਦੇ ਹੈਗੇ ਆ। ਕਈ ਵਾਰੀ ਚੱਕਰ ਤਾਂ ਕਿਸੇ ਨੂੰ ਵੀ 1-2 ਤਾਂ ਆ ਹੀ ਜਾਂਦੇ ਹੈਗੇ ਨੇ, ਤੇ ਐਵੇਂ ਵੀ ਹੋ ਸਕਦਾ। ਮੈਂ ਨਹੀਂ ਕਹਿ ਰਿਹਾ ਕਿ ਉਹਦੇ ਕਰਕੇ ਨਹੀਂ ਹੈਗੇ ਨੇ, ਪਰ ਕਈ ਵਾਰੀ ਆਪਾਂ ਜ਼ਿਆਦਾ ਧਿਆਨ ਦਿੰਦੇ ਹਾਂ ਤਾਂ ਸੋਚਦੇ ਹਾਂ ਉਹਦੇ ਕਰਕੇ ਹੋ ਰਿਹਾ। ਜੇ 1-2 ਚੱਕਰ ਆ ਵੀ ਗਏ ਹੈਗੇ ਨੇ, ਜੇ ਆਪਾਂ ਹੁਣ ਠੀਕ ਫੀਲ ਕਰ ਰਹੇ ਹੈਗੇ ਤਾਂ ਕੋਈ ਘਬਰਾਉਣ ਦੀ ਗੱਲ ਨਹੀਂ ਹੈਗੀ ਹੈ। ਵੈਕਸੀਨ ਦਾ ਅਸਰ ਜਿਹੜਾ ਹੈਗਾ ਉਹ ਇਹ ਹੈਗਾ ਵੀ ਆਪਣਾ ਇਮਿਊਨ ਸਿਸਟਮ, ਆਪਣੀ ਜਿਹੜੀ ਆਰਮੀ ਹੈਗੀ ਹੈ ਐਂਟੀਬੋਡੀਜ਼ ਦੀ, ਜਿਹੜੇ ਵਾਇਰਸ ਨੂੰ ਫਾਈਟ ਕਰਨ ਵਾਲੀ ਐਂਟੀਬੋਡੀਜ਼ ਹੁੰਦੀਆਂ ਹੈਗੀਆਂ ਨੇ, ਉਹਨੂੰ ਦਰੁਸਤ ਕਰਨ ਵਾਸਤੇ, ਉਹਨੂੰ ਤਾਕਤਵਰ ਬਣਾਉਣ ਵਾਸਤੇ ਜੀ। ਤੇ ਜੇ ਉਹ ਇਮਿਊਨ ਸਿਸਟਮ ਜਦੋਂ ਕੰਮ ਕਰਦਾ ਹੈਗਾ, ਕਈ ਵਾਰੀ ਬੁਖਾਰ ਹੋ ਜਾਂਦਾ ਹੈ ਜਾਂ ਫਿਰ ਹਲਕੇ ਜਿਹੀ ਦਰਦਾਂ ਹੁੰਦੀਆਂ ਨੇ ਕੁਝ ਘੰਟਿਆਂ ਵਾਸਤੇ ਜਾਂ 1 ਦਿਨ ਵਾਸਤੇ ਹੁੰਦੀਆਂ ਨੇ, ਤੇ ਫਿਰ ਉਸ ਤੋਂ ਬਾਅਦ ਚਲੀਆਂ ਜਾਂਦੀਆਂ ਨੇ। ਉਹਦੇ 'ਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਹੈ। ਜੇ ਬਹੁਤ ਦਿਨ ਰਹਿੰਦੀ ਹੈਗੀ ਹੈ ਪ੍ਰੋਬਲਮ, 4-5 ਦਿਨ, ਹਫ਼ਤਾ, 10 ਦਿਨ, 20 ਦਿਨ ਰਹਿੰਦੀ ਹੈ, ਫਿਰ ਆਪਾਂ ਨੂੰ ਜ਼ਰੂਰ ਡਾਕਟਰ ਨੂੰ ਗੱਲ ਕਰ ਲੈਣੀ ਚਾਹੀਦੀ ਹੈਗੀ ਹੈ ਕਿ ਕੋਈ ਹੋਰ ਰਿਐਕਸ਼ਨ ਤਾਂ ਨਹੀਂ ਹੋ ਰਿਹਾ ਹੈ ਜੀ। ਤੇ ਸਰ ਆਪਾਂ ਇੱਕ ਹੋਰ ਸਵਾਲ ਦਾ ਜਵਾਬ ਦਈਏ। ਬ੍ਰੈਂਪਟਨ ਤੋਂ ਜਿਨ੍ਹਾਂ ਨੇ ਸਰ ਨੇ ਕਾਲ ਕੀਤੀ ਸੀ, ਕੋਵਿਡ ਦੇ ਦੌਰਾਨ ਉਹਨਾਂ ਨੇ ਕਰੋਨਾ ਵਾਇਰਸ ਦੀ ਵੈਕਸੀਨ ਲਗਾ ਲਈ ਹੈ, ਸੋ ਪੁੱਛ ਰਹੇ ਨੇ ਉਹਦਾ ਅਸਰ ਹੋ ਸਕਦਾ ਕਿ ਨਹੀਂ? ਜੀ, ਸੋ ਪਹਿਲਾਂ ਆਪਾਂ ਗੱਲ ਕਰੀਏ ਕਿ ਕਰੋਨਾ ਵਾਇਰਸ ਦੀ ਸਾਈਟ ਤੇ ਪਹਿਲਾਂ ਪੁੱਛਿਆ ਜਾਂਦਾ ਹੈਗਾ ਕਿ ਤੁਹਾਨੂੰ ਕੋਈ ਲੱਛਣ ਤਾਂ ਨਹੀਂ ਹੈਗਾ, ਬੁਖਾਰ ਤਾਂ ਨਹੀਂ ਹੋਇਆ, ਕੋਈ ਖਾਂਸੀ ਤਾਂ ਨਹੀਂ ਹੈਗੀ ਹੈ। ਜੇ ਆਪਾਂ ਸਹੀ ਜਵਾਬ ਦਈਏ ਤਾਂ ਕਿ ਆਪਣੀ ਵੀ ਫਾਇਦਾ ਹੋਵੇ ਤੇ ਲੋਕਾਂ ਨੂੰ ਵੀ ਕੋਈ ਇਨਫੈਕਸ਼ਨ ਦਾ ਚਾਂਸ ਨਾ ਰਵੇ, ਮੇਰੀ ਇਹੀ ਸਲਾਹ ਹੈਗੀ ਹੈ ਆਪਾਂ ਗਲਤ ਜਵਾਬ ਉੱਥੇ ਨਾ ਦਈਏ, ਵੀ ਆਪਾਂ ਸਾਰਿਆਂ ਨੂੰ ਵੀ ਬਚਾ ਕੇ ਰੱਖਣਾ ਆਪਣੀ ਕਮਿਊਨਿਟੀ ਨੂੰ, ਇਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ। ਜੇ ਵੈਕਸੀਨ ਲੱਗ ਗਿਆ ਹੈਗਾ, ਉਸ ਤੋਂ ਬਾਅਦ ਉਹਨਾਂ ਦਾ ਪੋਜ਼ੀਟਿਵ ਆਇਆ ਹੈਗਾ, ਉਹਦੇ ਨਾਲ ਕੋਈ ਉਹਨਾਂ ਨੂੰ ਫਾਇਦਾ ਉਸ ਟਾਈਮ ਉਸ ਵਾਇਰਸ ਦੇ ਇਨਫੈਕਸ਼ਨ ਦੇ ਨਾਲ ਫਾਇਦਾ ਹਾਲੇ ਨਹੀਂ ਹੋਇਆ ਹੋਏਗਾ, ਕਿਉਂਕਿ 2 ਦਿਨਾਂ ਵਿੱਚ ਇਮਿਊਨਿਟੀ ਨਹੀਂ ਬਣਦੀ ਹੈਗੀ ਆ। ਪਰ ਉਹਦਾ ਇਹ ਵੀ ਮਤਲਬ ਨਹੀਂ ਹੈਗਾ ਕਿ ਉਹ ਵੈਕਸੀਨ ਜਿਹੜਾ ਹੈਗਾ ਉਹ ਬਿਲਕੁਲ ਬੇਕਾਰ ਚਲਾ ਜਾਏਗਾ। ਮਤਲਬ ਉਹਨਾਂ ਨੇ ਵਾਇਰਸ ਵੀ ਇਨਫੈਕਸ਼ਨ ਵੀ ਹੋ ਗਿਆ, ਵੈਕਸੀਨ ਵੀ ਲੈ ਲਿਆ, ਉਹਨਾਂ ਦਾ ਜਿਹੜਾ ਇਮਿਊਨ ਸਿਸਟਮ ਬਣੇਗਾ ਉਹ ਸਗੋਂ ਵਧੀਆ ਬਣੇਗਾ। ਤੇ ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ ਕਿ ਪਹਿਲਾ ਇੰਜੈਕਸ਼ਨ ਦੁਬਾਰਾ ਲਗਵਾਉਣਾ ਪਏਗਾ, ਐਵੇਂ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਆਪਾਂ ਦੂਸਰਾ ਇੰਜੈਕਸ਼ਨ ਜਿਹੜਾ 3-4 ਮਹੀਨਿਆਂ ਵਿੱਚ ਲੱਗਣਾ ਹੈਗਾ, ਫਿਰ ਵੀ ਉਵੇਂ ਹੀ ਲਗਾ ਸਕਦੇ ਹੈਗੇ ਆ ਜਿਵੇਂ ਸਾਰਿਆਂ ਨੂੰ ਲੱਗਣਾ ਹੈਗਾ। ਤੇ ਮੈਨੂੰ ਖੁਸ਼ੀ ਹੈਗੀ ਹੈ ਕਿ ਉਹ ਠੀਕ ਹੈਗੇ ਨੇ, ਹੁਣ ਕੋਈ ਪ੍ਰੋਬਲਮ ਨਹੀਂ ਹੈਗੀ ਆ। ਜਿਹੜਾ ਉਹਨਾਂ ਦਾ ਵਾਇਰਸ ਇਨਫੈਕਸ਼ਨ ਹੋਇਆ ਸੀਗਾ ਉਹ ਠੀਕ ਹੋ ਗਿਆ ਜੀ। ਬ੍ਰੈਂਪਟਨ ਤੋਂ ਕਾਲ ਆਈ ਸੀ, ਉਹਨਾਂ ਨੇ ਪੁੱਛਿਆ ਕਿ ਉਹਨਾਂ ਦੀ ਮਦਰ ਦੀ ਸਰਜਰੀ ਹੋਈ ਸੀ, ਉਸ ਤੋਂ ਬਾਅਦ ਉਹਨਾਂ ਦਾ ਅਚਾਨਕ ਜਿਹੜੀ ਸ਼ੂਗਰ ਹੈ ਉਹ ਵਧਣੀ ਸ਼ੁਰੂ ਹੋ ਗਈ ਹੈ, ਕਿ ਇਹ ਸਰਜਰੀ ਦਾ ਸਾਈਡ ਇਫੈਕਟ ਹੈ? ਜੀ ਬਿਲਕੁਲ। ਸੋ ਸਰਜਰੀ ਦੇ ਕਰਕੇ ਸਪੈਸ਼ਲੀ ਨੀ ਰਿਪਲੇਸਮੈਂਟ ਉਹਨਾਂ ਨੇ ਕਿਹਾ ਸੀਗਾ, ਮੇਰੇ ਖਿਆਲ ਸਰਜਰੀ ਹੋਈ ਹੈਗੀ ਆ
ਹਿਪ ਰਿਪਲੇਸਮੈਂਟ ਦੀ ਸਰਜਰੀ ਹੁੰਦੀ ਹੈਗੀ ਆ ਤੇ ਤੁਰਨਾ ਫਿਰਨਾ ਇੱਕਦਮ ਰੁਕ ਜਾਂਦਾ ਹੈਗਾ ਇੱਕ ਤਾਂ ਕੁਝ ਆਪਣੀ ਬੋਡੀ ਵਿੱਚ ਕਿਉਂਕਿ ਦਰਦ ਹੁੰਦੀ ਹੈਗੀ ਆ, ਦਰਦਾਂ ਦੀਆਂ ਦਵਾਈਆਂ ਹੁੰਦੀਆਂ ਹੈਗੀਆਂ ਨੇ ਉਹਦੇ ਕਰਕੇ ਵੀ ਤੇ ਕਿਉਂਕਿ ਤੁਰਨਾ ਫਿਰਨਾ ਘਟ ਜਾਂਦਾ ਹੈਗਾ ਉਹਦੇ ਕਰਕੇ ਵੀ ਸ਼ੂਗਰ ਕਈ ਵਾਰੀ ਵੱਧ ਜਾਂਦੀ ਹੈਗੀ ਆ ਤੇ ਫਿਰ ਸ਼ੂਗਰ ਜੇ ਵਧੀ ਹੋਵੇ ਤਾਂ ਆਫ ਕੋਰਸ ਦਵਾਈਆਂ ਫਿਰ ਹੋਰ ਦੇਣੀਆਂ ਪੈਂਦੀਆਂ ਹੈਗੀਆਂ ਨੇ ਕੁਝ ਲੋਕਾਂ ਨੂੰ ਸਿਰਫ ਟੈਂਪਰੇਰੀ ਦੇਣੀਆਂ ਪੈਂਦੀਆਂ ਨੇ ਜ਼ਿਆਦਾ ਫਿਰ ਬਾਅਦ ਚੋਂ ਆਪਣੀ ਸ਼ੂਗਰ ਉਵੇਂ ਹੀ ਨਾਰਮਲ ਆ ਜਾਂਦੀ ਹੈਗੀ ਆ ਸੋ ਆਪਾਂ ਘਬਰਾਉਣਾ ਨਹੀਂ ਹੈਗਾ ਜੇ ਡਾਕਟਰ ਨੇ ਕਿਹਾ ਕਿ ਜੈਨੂਮੈਟ ਦੀ ਗੋਲੀ ਜਿਹੜੇ ਉਹਨਾਂ ਨੇ ਕਿਹਾ ਸੀਗਾ ਡਬਲ ਕਰ ਦੇਣੀ ਹੈਗੀ ਆ 5500 ਤੋਂ ਡਬਲ ਕਰ ਦੇਣੀ ਹੈ ਦੈਟਸ ਓਕੇ 2 ਲੈ ਸਕਦੇ ਹੈਗੇ ਹੋ ਤੇ ਜੇ ਉਹਦੇ ਨਾਲ ਵੀ ਨਹੀਂ ਕੰਟਰੋਲ ਆ ਰਿਹਾ ਤੇ ਕਈ ਲੋਕਾਂ ਨੂੰ ਨੀ ਰਿਪਲੇਸਮੈਂਟ ਤੋਂ ਬਾਅਦ ਜਾਂ ਕੋਈ ਮੇਜਰ ਸਰਜਰੀ ਤੋਂ ਬਾਅਦ ਕਈ ਵਾਰੀ ਥੋੜੇ ਦਿਨਾਂ ਵਾਸਤੇ ਇਨਸੂਲਿਨ ਵੀ ਲਗਾਉਣਾ ਪੈ ਸਕਦਾ ਹੈਗਾ ਸ਼ੂਗਰ ਨੂੰ ਕੰਟਰੋਲ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕੋਈ ਵੀ ਆਪਰੇਸ਼ਨ ਤੋਂ ਬਾਅਦ ਕੋਈ ਵੀ ਸਰਜਰੀ ਤੋਂ ਬਾਅਦ ਕਿਉਂਕਿ ਜੇ ਸ਼ੂਗਰ ਹਾਈ ਰਵੇ ਕੋਈ ਆਪਰੇਸ਼ਨ ਤੋਂ ਬਾਅਦ ਤਾਂ ਉਹ ਜਿਹੜਾ ਘਾਹ ਹੁੰਦਾ ਹੈਗਾ ਜਿਹੜਾ ਆਪਾਂ ਕਹਿ ਦਈਏ ਜਿਹੜੀ ਸਰਜਰੀ ਦੀ ਇਨਸਿਜਨ ਹੁੰਦੀ ਹੈਗੀ ਆ ਜਿੱਥੇ ਸਰਜਰੀ ਹੋਈ ਹੁੰਦੀ ਹੈਗੀ ਆ ਉਹ ਸਹੀ ਤਰ੍ਹਾਂ ਰਿਕਵਰ ਨਹੀਂ ਕਰਦੀ ਉੱਥੇ ਇਨਫੈਕਸ਼ਨ ਹੋਣ ਦਾ ਖਤਰਾ ਵੀ ਹੋ ਜਾਂਦਾ ਤੇ ਜੇ ਸ਼ੂਗਰ ਜ਼ਿਆਦਾ ਰਵੇ ਤਾਂ ਉਹ ਪੂਰੀ ਤਰ੍ਹਾਂ ਭਰਦਾ ਨਹੀਂ ਹੈਗਾ ਇੱਕ ਤਰ੍ਹਾਂ ਨਾਲ ਕਹਿ ਦਈਏ ਤੇ ਇਸ ਲਈ ਸ਼ੂਗਰ ਨੂੰ ਕੰਟਰੋਲ ਕਰਨਾ ਆਪਰੇਸ਼ਨ ਤੋਂ ਬਾਅਦ ਬਹੁਤ ਜ਼ਿਆਦਾ ਜ਼ਰੂਰੀ ਵੀ ਹੈਗਾ ਜੀ ਤੇ ਸਰ ਇੱਕ ਲਾਸਟ ਕਾਲ ਹੁਣ ਅਸੀਂ ਪ੍ਰੋਗਰਾਮ ਦੀ ਲੈ ਰਹੇ ਹਾਂ ਤੇ ਇਸ ਤੋਂ ਬਾਅਦ ਫਿਰ ਮਾੜਾ ਮੋਟਾ ਆਪਾਂ ਟੌਪਿਕ ਦੇ ਬਾਰੇ ਵਿੱਚ ਅਖੀਰ 'ਚ ਗੱਲ ਕਰਾਂਗੇ ਸਮਾਂ ਵੀ ਬਹੁਤ ਘੱਟ ਰਹਿ ਗਿਆ ਤੇ ਇਹ ਲਾਸਟ ਕਾਲ ਅਸੀਂ ਪ੍ਰੋਗਰਾਮ ਦੀ ਲੈ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਕਿੱਥੋਂ ਬੋਲ ਰਹੇ ਹੋ ਟੀਵੀ ਦੀ ਆਵਾਜ਼ ਨੂੰ ਘੱਟ ਕਰ ਦਿਓ ਜੀ ਕਿੱਥੋਂ ਬੋਲ ਰਹੇ ਹੋ ਮੈਂ ਬ੍ਰਹਮਟਨ ਤੋਂ ਬੋਲਦਾ ਬੇਟਾ ਮੇਰਾ ਨਾਮ ਹੈਗਾ ਸਰਜੀਤ ਸਿੰਘ ਮਾਨ ਜੀ ਤੇ ਮੇਰੀ ਉਮਰ ਹੈਗੀ 75 ਈਅਰ 올ਡ ਜੀ ਹਾਂਜੀ ਮੇਰਾ ਸਰਜਰੀ ਹੋਈ ਆ ਜੀ ਹਾਰਟ ਦੀ 3 ਸਾਲ ਹੋ ਗਏ ਜੀ ਤੇ ਗਦੂਦਾਂ ਦੀ ਵੀ ਸਰਜਰੀ ਹੋਈ ਸੀ ਉਹ ਵੀ ਠੀਕ ਆ ਮੈਂ ਆਪਣਾ ਕੈਮਰੇ ਨਾਲ ਵੀ ਚੈੱਕ ਕਰਾਇਆ ਸਭ ਕੁਝ ਠੀਕ ਆਉਂਦਾ ਬਲੱਡ ਵੀ ਚੈੱਕ ਕਰਾਇਆ ਹੁਣ ਉਹ ਵੀ ਠੀਕ ਆਉਂਦਾ ਪਰ ਜਦੋਂ ਮੈਂ ਗੋਲੀ ਖਾਣਾ ਜੀ ਬਲੱਡ ਪ੍ਰੈਸ਼ਰ ਦੀ ਉਦੋਂ ਨਾ ਮੇਰੇ ਆ ਜਿਹੜੀ ਗੋਡੇ ਨਾੜਾਂ ਸਾਰੀਆਂ ਖਿੱਚ ਹੋ ਜਾਂਦੀਆਂ ਜੀ ਇਹ ਪੁੱਤ ਇਹ ਪਤਾ ਨਹੀਂ ਕੀ ਪ੍ਰੋਬਲਮ ਹੈ 1 ਮਿੰਟ ਲਈ ਹੋਲਡ ਕਰਿਓ ਗੋਲੀ ਕਿਹੜੀ ਹੈਗੀ ਆ ਗੋਲੀ ਕਿਹੜੀ ਖਾ ਰਹੇ ਹੋ ਗੋਲੀ ਕਿਹੜੀ ਖਾ ਰਹੇ ਹੋ ਜੀ ਤੁਸੀਂ ਨਾਮ ਪਤਾ ਤੁਹਾਨੂੰ ਹਾਂਜੀ ਇਹ ਹੈਗੀ ਆ ਜੀ ਕੈਂਡਰਾਸਟਨ ਜੀ ਨਾਲ ਵੀ ਕੁਝ ਹੈਗਾ ਕੈਂਡੇਸਾਰਟਨ ਦੇ SARTAN ਜੀ ਇਹਦੇ ਨਾਲ ਵੀ ਕੁਝ ਲਿਖਿਆ 8M ਜੀ ਹਾਂਜੀ ਜੀ ਡਾਕਟਰ ਬਜਾਜ ਕੁਝ ਪੁੱਛਣਾ ਹੋ ਰਹੀ ਹੈ ਆਪਾਂ ਆਨਸਰ ਦਈਏ ਨਹੀਂ ਆਨਸਰ ਦੇ ਟੀਵੀ ਸਕਰੀਨ ਤੇ ਆਨਸਰ ਸੁਣ ਸਕਦੇ ਹੋ ਜੀ ਕਾਲ ਕਰਨ ਲਈ ਤੁਹਾਡਾ ਸ਼ੁਕਰੀਆ ਜੀ ਤੇ ਸਰ ਆਪਾਂ ਇਹਨਾਂ ਦੀ ਕਾਲ ਦਾ ਜਵਾਬ ਦੇ ਦਈਏ ਪਹਿਲਾਂ ਜੀ ਸੋ ਕੈਂਡੇਸਾਰਟਨ 8 ਮਿਲੀਗ੍ਰਾਮ ਜਿਹੜੀ ਉਹਨਾਂ ਨੇ ਕਹੀ ਹੈਗੀ ਆ ਉਹਨਾਂ ਨਾਲ ਕੋਈ ਐਵੇਂ ਜੋੜਾਂ ਦਾ ਦਰਦ ਜਾਂ ਨਾੜਾਂ ਚੜਨ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬਹੁਤ ਹੀ ਘੱਟ ਡੋਜ਼ ਤੇ ਹੈਗੀ ਆ ਤੇ ਸੇਫ ਦਵਾਈ ਹੈਗੀ ਆ ਤੁਸੀਂ ਹੋਰ ਕਾਰਨ ਪੁੱਛ ਸਕਦੇ ਹੈਗੇ ਹੋ ਆਪਣੇ ਫੈਮਿਲੀ ਡਾਕਟਰ ਦੇ ਕਾਰਨ ਦੇ ਨਾਲ ਕਿ ਬਈ ਐਵੇਂ ਕਿਉਂ ਹੋ ਰਿਹਾ ਹੈਗਾ ਬਲੱਡ ਪ੍ਰੈਸ਼ਰ ਜਿਹੜਾ ਹੈਗਾ ਤੁਹਾਡਾ ਕੰਟਰੋਲ ਵਿੱਚ ਹੈਗਾ ਕਿ ਨਹੀਂ ਹੈਗਾ ਇਹ ਦੇਖ ਸਕਦੇ ਹੈਗੇ ਹੋ ਤੁਹਾਡਾ ਸੋਡੀਅਮ ਪੋਟਾਸੀਅਮ ਠੀਕ ਚੱਲ ਰਿਹਾ ਹੈਗਾ ਜਿਹੜਾ ਬਲੱਡ ਤੇ ਟੈਸਟ ਹੋ ਸਕਦਾ ਹੈਗਾ ਉਹ ਪਤਾ ਕਰ ਸਕਦੇ ਹੈਗੇ ਹੋ ਮੇਰੇ ਖਿਆਲ ਕੈਂਡੇਸਾਰਟਨ ਦੇ ਨਾਲ ਐਵੇਂ ਦੀ ਦਰਦਾਂ ਜਾਂ ਨਾੜਾ ਚੜਨ ਦਾ ਕੋਈ ਸਾਈਡ ਇਫੈਕਟ ਨਹੀਂ ਹੋ ਸਕਦਾ ਜੀ ਬਿਲਕੁਲ ਤੇ ਸਰ ਆਪਾਂ ਗੱਲਬਾਤ ਕਰੀ ਥੋੜੀ ਜੀ ਟੌਪਿਕ ਦੇ ਬਾਰੇ ਵਿੱਚ ਆਪਣੇ ਕੋਲ ਸਮਾਂ ਵੀ ਬਹੁਤ ਘੱਟ ਰਹਿ ਗਿਆ ਵਾ ਹੱਡੀਆਂ ਦੀ ਕਮਜ਼ੋਰੀ ਦੀ ਅਸੀਂ ਗੱਲਬਾਤ ਕਰ ਰਹੇ ਹਾਂ ਰਿਸਕ ਕਿੰਨਾ ਕੁ ਹੋ ਸਕਦਾ ਹੈ ਤੇ ਕੀ ਕਰਨਾ ਚਾਹੀਦਾ ਜੇਕਰ ਕਿਸੇ ਨੂੰ ਲੱਗ ਰਿਹਾ ਕਿ ਉਹਦੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਨੇ ਜੀ ਸੋ ਪਹਿਲਾਂ ਤਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਹੈਗੇ ਆ ਕਿ ਐਵਰੀਬਡੀ ਸਾਰਿਆਂ ਨੂੰ ਜਦੋਂ ਲੇਡੀਜ਼ ਨੂੰ 50 ਇਅਰਸ ਤੋਂ ਬਾਅਦ ਇੱਕ ਵਾਰੀ ਬੋਨ ਡੈਂਸਿਟੀ ਟੈਸਟ ਕਰਾ ਲੈਣਾ ਚਾਹੀਦਾ ਹੈਗਾ ਤੇ ਬਲਕਿ ਜੈਂਟਸ ਨੂੰ ਵੀ ਜਿਹੜੇ ਮਰਦ ਵੀ ਹੈਗੇ ਨੇ ਉਹਨਾਂ ਨੂੰ ਵੀ ਇੱਕ ਵਾਰੀ ਕਰਾ ਲੈਣਾ ਚਾਹੀਦਾ ਕਿਉਂਕਿ ਉਸੇ ਤਰ੍ਹਾਂ ਹੀ ਪਤਾ ਲੱਗ ਸਕਦਾ ਹੈ ਕਿ ਬਈ ਹੱਡੀਆਂ ਕਮਜ਼ੋਰ ਹੈਗੀਆਂ ਨੇ ਕਿ ਨਹੀਂ ਹੈਗੀਆਂ ਨੇ ਸਿੰਪਲ ਜਿਹਾ ਐਕਸ-ਰੇ ਹੈਗਾ ਬੋਨ ਮਿਨਰਲ ਡੈਂਸਿਟੀ ਤੁਸੀਂ ਡਾਕਟਰ ਨੂੰ ਕਹੋਗੇ ਵੈਸੇ ਵੀ ਡਾਕਟਰ ਕਰਦੇ ਹੀ ਹੈਗੇ ਨੇ ਸਾਰੇ ਸਕਰੀਨਿੰਗ ਟੈਸਟ ਤੇ ਇਹਦੇ ਵਿੱਚ ਉਹ ਕਰ ਸਕਦੇ ਹੈਗੇ ਨੇ ਆਫ ਕੋਰਸ ਪੈਂਡੈਮਿਕ ਹੋ ਜਾਵੇ ਉਸ ਤੋਂ ਬਾਅਦ ਆਪਾਂ ਕਰੀਏ ਹੁਣ ਇਸ ਸਾਲ ਜਾਂ ਇਸ ਮਹੀਨੇ ਕਰਾਉਣ ਦੀ ਜ਼ਰੂਰਤ ਨਹੀਂ ਹੈਗੀ ਹੈ ਜਦੋਂ ਕੋਵਿਡ ਖਤਮ ਹੋ ਜਾਂਦਾ ਉਸ ਤੋਂ ਬਾਅਦ ਤੁਸੀਂ ਕਰਾ ਸਕਦੇ ਹੈਗੇ ਹੋ ਅਰਜੈਂਟ ਨਹੀਂ ਹੈਗਾ ਤੇ ਉਹਦੇ ਵਿੱਚ ਹੀ ਆਪਾਂ ਨੂੰ ਪਤਾ ਲੱਗ ਸਕਦਾ ਹੈ ਕਿ ਬੋਨਸ ਜਿਹੜੀਆਂ ਹੈਗੀਆਂ ਨੇ ਠੀਕ ਹੈਗੀਆਂ ਨੇ ਕਿ ਬਹੁਤ ਜ਼ਿਆਦਾ ਕਮਜ਼ੋਰ ਹੈਗੀਆਂ ਨੇ ਜੇ ਬਹੁਤ ਜ਼ਿਆਦਾ ਕਮਜ਼ੋਰ ਹੁੰਦੀਆਂ ਹੈਗੀਆਂ ਨੇ ਤੇ ਉਹਦੇ ਵਾਸਤੇ ਪਹਿਲਾਂ ਪਤਾ ਕਰਨਾ ਹੁੰਦਾ ਹੈ ਕਿ ਕੋਈ ਹੋਰ ਕਾਰਨ ਤਾਂ ਨਹੀਂ ਹੈਗਾ ਕੈਲਸ਼ੀਅਮ ਦੀ ਕਮੀ ਤਾਂ ਨਹੀਂ ਹੈਗੀ ਹੈ ਕੈਲਸ਼ੀਅਮ ਜ਼ਿਆਦਾ ਤਾਂ ਨਹੀਂ ਆਉਂਦਾ ਕੁਝ ਹਾਰਮੋਨ ਦੀ ਪ੍ਰੋਬਲਮ ਤਾਂ ਨਹੀਂ ਹੈਗੀ ਹੈ ਉਹਦੇ ਕਾਰਨ ਤਾਂ ਨਹੀਂ ਐਵੇਂ ਹੋ ਰਿਹਾ ਹੈਗਾ ਤੇ ਉਹਦੇ ਸਿੰਪਲ ਬਲੱਡ ਟੈਸਟ ਹੋ ਕੇ ਪਤਾ ਕਰ ਸਕਦੇ ਹੈਗੇ ਆ ਕਿ ਬੋਨਸ ਕਿਉਂ ਕਮਜ਼ੋਰ ਹੈਗੀਆਂ ਨੇ ਤੇ ਤੀਸਰਾ ਜਿਹੜਾ ਹੈਗਾ ਟ੍ਰੀਟਮੈਂਟ ਹੁੰਦੀ ਹੈਗੀ ਹੈ ਵੀ ਜੇ ਕਿਸੇ ਦੀ ਹੱਡੀਆਂ ਕਮਜ਼ੋਰ ਹੁੰਦੀਆਂ ਹੈਗੀਆਂ ਨੇ
ਉਹਦੇ ਵਾਸਤੇ ਇੱਕ ਗੋਲੀ ਹੁੰਦੀ ਆ ਹੱਡੀਆਂ ਵਾਸਤੇ, ਜਿਹੜੀ ਹਰ ਹਫਤੇ ਇੱਕ ਟਾਈਮ ਜਾਂ ਫਿਰ ਹਰ ਮਹੀਨੇ ਇੱਕ ਟਾਈਮ ਦੀ ਵੀ ਆਉਂਦੀ ਹੈਗੀ ਆ। ਉਹ ਸਵੇਰ ਵੇਲੇ ਖਾਲੀ ਪੇਟ ਲੈਣੀ ਹੁੰਦੀ ਹੈਗੀ ਹੈ, ਪੂਰੇ ਗਲਾਸ ਪਾਣੀ ਦੇ ਨਾਲ। ਖਾਲੀ ਪੇਟ ਲੈ ਕੇ ਫਿਰ 1 ਘੰਟਾ ਆਪਾਂ ਕੁਝ ਖਾਂਦੇ ਪੀਂਦੇ ਨਹੀਂ ਹੈਗੇ ਹੋਰ ਉਸ ਤੋਂ ਬਾਅਦ। ਇਸ ਕਰਕੇ ਹੁੰਦਾ ਹੈ ਕਿਉਂਕਿ ਉਹ ਗੋਲੀ ਜਿਹੜੀ ਹੈਗੀ ਆ ਕਈ ਵਾਰੀ ਐਸਿਡਿਟੀ ਬਣਾ ਸਕਦੀ ਹੈਗੀ ਆ ਜੇ ਆਪਾਂ 1 ਘੰਟਾ ਵੇਟ ਨਾ ਕਰੀਏ। ਤੇ ਇਸ ਲਈ ਇਹ ਜ਼ਰੂਰੀ ਹੈਗਾ ਕਿ ਜੇ ਉਹ ਗੋਲੀ ਕੋਈ ਲੈ ਰਿਹਾ ਹੈਗਾ ਵੀ ਆਪਾਂ ਇਹ ਪ੍ਰੀਕਾਸ਼ਨ ਜ਼ਰੂਰ ਰੱਖੀਏ। ਜੀ ਉਹਦੇ ਇਲਾਵਾ ਕੋਈ ਇੰਜੈਕਸ਼ਨ ਵੀ ਆਉਂਦੇ ਹੈਗੇ ਨੇ ਹੱਡੀਆਂ ਨੂੰ ਮਜ਼ਬੂਤ ਕਰਨ ਵਾਸਤੇ, ਜਿਹੜੇ ਕਿ 6 ਮਹੀਨਿਆਂ ਵਿੱਚ ਇੱਕ ਵਾਰੀ ਟੀਕਾ ਬਾਹਾਂ ਵਿੱਚ ਲੱਗ ਜਾਂਦਾ ਹੈਗਾ। ਓਕੇ ਤੇ ਤੁਸੀਂ ਉਹਦੇ ਨਾਲ ਵੀ ਹੱਡੀਆਂ ਜਿਹੜੀਆਂ ਹੈਗੀਆਂ ਨੇ ਜੇ ਕਮਜ਼ੋਰ ਹੈਗੀਆਂ ਕਿਸੇ ਦੀਆਂ ਤਾਂ ਉਹ ਮਜ਼ਬੂਤ ਹੋ ਸਕਦੀਆਂ ਹੈਗੀਆਂ ਨੇ। ਆਪਾਂ ਵੇਟ ਨਾ ਕਰੀਏ, ਜੇ ਕਿਸੇ ਦੀ ਹੱਡੀ ਕਮਜ਼ੋਰ ਹੈਗੀ ਹੈ, ਜੇ ਆਪਾਂ ਦਵਾਈਆਂ ਨਾ ਦੇਈਏ ਤੇ ਫਿਰ ਹੱਡੀਆਂ ਜਿਵੇਂ ਮੈਂ ਕਿਹਾ ਸੀਗਾ ਫ੍ਰੈਕਚਰ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ ਨੇ। ਕੁੱਬ ਪੈ ਜਾਂਦਾ ਹੈਗਾ, ਹੱਡੀ ਟੇਢੀ ਹੋ ਜਾਂਦੀ, ਰੀੜ੍ਹ ਦੀ ਹੱਡੀ ਜਿਹੜੀ ਹੈਗੀ ਆ। ਤੇ ਰੀੜ੍ਹ ਦੀ ਹੱਡੀ ਇੱਕ ਵਾਰੀ ਟੇਢੀ ਹੋ ਜਾਏ, ਉਹਦੇ 'ਚ ਫ੍ਰੈਕਚਰ ਹੋ ਜਾਵੇ ਤੇ ਫਿਰ ਉਹ ਦੁਬਾਰਾ ਠੀਕ ਨਹੀਂ ਹੋ ਸਕਦੀ, ਬਹੁਤ ਮੁਸ਼ਕਿਲ ਹੁੰਦੀ ਫਿਰ ਸਾਰੀ ਉਮਰ। ਇਸ ਕਰਕੇ ਆਪਾਂ ਪਹਿਲਾਂ ਹੀ ਟੈਸਟ ਕਰਾ ਕੇ ਪਤਾ ਕਰ ਲਈਏ ਤੇ ਉਹਦਾ ਟ੍ਰੀਟਮੈਂਟ ਸਹੀ ਹੋ ਸਕਦਾ ਹੈਗਾ ਜੀ। ਜੀ ਬਿਲਕੁਲ। ਤੇ ਸਰ ਹੁਣ ਸਮਾਂ ਵੀ ਇਜਾਜ਼ਤ ਲੈਣ ਦਾ ਹੋ ਰਿਹਾ, ਜਿਹੜੇ ਦਰਸ਼ਕ ਇਸ ਵਕਤ ਤੁਹਾਨੂੰ ਦੇਖ ਰਹੇ ਨੇ ਉਹਨਾਂ ਨੂੰ ਕੁਝ ਕਹਿਣਾ ਚਾਹੋਗੇ? ਜੀ ਆਪਣਾ ਖਿਆਲ ਰੱਖੋ, ਸਪੈਸ਼ਲੀ ਇੰਡੀਆ ਵਿੱਚ ਜੋ ਹੋ ਰਿਹਾ ਹੈਗਾ ਬਹੁਤ ਹੀ ਦਰਦਨਾਕ ਹੈਗਾ। ਤੇ ਆਪਾਂ ਜਿੰਨੀ ਹੋ ਸਕੇ ਉੱਥੇ ਦੇ ਲੋਕਾਂ ਨੂੰ ਸਮਝਾਈਏ ਵੀ ਉੱਥੇ ਧਿਆਨ ਰੱਖਣ, ਆਪਣਾ ਘਰ ਰਹਿਣ, ਬਾਹਰ ਨਾ ਜਾਣ। ਤੇ ਨਾਲੇ ਵੈਕਸੀਨ ਦੀ ਉੱਥੇ ਬਹੁਤ ਜ਼ਿਆਦਾ ਹਿਚਕ ਹੈਗੀ ਹੈ, ਬਹੁਤ ਜ਼ਿਆਦਾ ਉੱਥੇ ਅਫਵਾਹਾਂ ਫੈਲ ਰਹੀਆਂ ਹੈਗੀਆਂ ਨੇ। ਤੇ ਆਪਾਂ ਇੱਥੇ ਦੇਖਿਆ ਹੈਗਾ ਅਮਰੀਕਾ ਵਿੱਚ, ਕੈਨੇਡਾ ਵਿੱਚ ਵੈਕਸੀਨ ਦਾ ਕਿੰਨਾ ਫਾਇਦਾ ਹੈਗਾ। ਆਪਾਂ ਆਪਣੇ ਵੀਰਾਂ ਭੈਣਾਂ ਨੂੰ ਉੱਥੇ ਵੀ ਇੰਡੀਆ ਵਿੱਚ ਵੀ ਸਹੀ ਉਹਨਾਂ ਨੂੰ ਦੱਸੀਏ ਵੀ ਤੁਸੀਂ ਵੈਕਸੀਨ ਲਗਵਾਓ ਤਾਂ ਕਿ ਤੁਸੀਂ ਵੀ ਇਸ ਵਾਇਰਸ ਤੋਂ ਉੱਥੇ ਬਚ ਸਕੋ। ਜੀ ਬਿਲਕੁਲ। ਡਾਕਟਰ ਬਜਾਜ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਹਮੇਸ਼ਾ ਤੁਸੀਂ ਸਾਡੇ ਨਾਲ ਜੁੜਦੇ ਹੋ, ਹਰ ਟਿਊਜ਼ਡੇ ਨੂੰ ਸਮਾਂ ਕੱਢਦੇ ਹੋ ਤੇ ਸਾਡੇ ਦਰਸ਼ਕਾਂ ਦੇ ਸਵਾਲਾਂ ਦੇ ਵੀ ਜਵਾਬ ਦਿੰਦੇ ਹੋ ਤੇ ਲੇਟੈਸਟ ਅਪਡੇਸ਼ਨਸ ਵੀ ਦਿੰਦੇ ਹੋ। ਸ਼ੁਕਰੀਆ ਤੁਹਾਡਾ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਦੋਸਤੋ ਇਸੇ ਸਾਡਾ ਪ੍ਰੋਗਰਾਮ ਹੈਲਥ ਟਾਕ, ਉਮੀਦ ਕਰਦੇ ਹਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਗਏ ਹੋਣਗੇ। ਕਰੋਨਾ ਵਾਇਰਸ ਜਿਸ ਤਰੀਕੇ ਨਾਲ ਫੈਲ ਰਿਹਾ, ਸੋ ਕਿਰਪਾ ਕਰਕੇ ਇੱਕ ਤਾਂ ਪ੍ਰੀਕਾਸ਼ਨਸ ਜ਼ਰੂਰ ਰੱਖੋ ਜਿਹੜੀਆਂ ਇਸ ਵਕਤ ਸਾਨੂੰ ਸਰਕਾਰਾਂ ਦੱਸ ਰਹੀਆਂ ਨੇ। ਦੂਜਾ, ਵੈਕਸੀਨ ਜਿੰਨੀ ਛੇਤੀ ਹੋ ਸਕਦਾ ਬੁੱਕ ਕਰਵਾਓ ਤੇ ਆਪਣੀ ਵੈਕਸੀਨ ਜਿਹੜੀ ਆ ਉਹਦੀ ਡੋਜ਼ ਜ਼ਰੂਰ ਲਵੋ। ਫਿਲਹਾਲ ਪ੍ਰੋਗਰਾਮ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਹਮਦਰਦ ਟੀਵੀ। ਸਤਿ ਸ਼੍ਰੀ ਅਕਾਲ।